ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜੁਗੋ ਜੁਗ ਟਲ ਦਸਾਂ ਪਾਤਸ਼ਾਹੀਆਂ ਦੀ ਜੋਤ ਗੁਰਤਾ ਗੱਦੀ ਤੇ ਬਿਰਾਜਮਾਨ ਧੰਨ ਧੰਨ ਸਾਹਿਬ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਸੁਭਾਈਮਾਨ ਸਤਿਗੁਰੂ ਜੀ ਦੀ ਸਾਜੀ ਨਵਾਜੀ ਅਤੀ ਸਤਿਕਾਰਯੋਗ ਸਾਧ ਸੰਗਤ ਜੀਓ, ਆਪ ਜੀ ਵਡਭਾਗੇ ਹੋ ਜੋ ਦੀਨ ਦੁਨੀਆ ਦੇ ਮਾਲਕ ਧੰਨ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦੇ ਮਹਾਨ ਪਾਵਨ ਸਥਾਨ ਗੁਰਦੁਆਰਾ ਨਾਢਾ ਸਾਹਿਬ ਪਾਤਸ਼ਾਹੀ 10ਵੀਂ ਵਿਖੇ ਆਪਣੀਆਂ ਹਾਜ਼ਰੀਆਂ ਲਵਾ ਰਹੇ ਹੋ। ਬੜੇ ਹੀ ਪ੍ਰੇਮ ਦੇ ਨਾਲ ਹਰ ਰੋਜ਼ ਦੀ ਤਰ੍ਹਾਂ ਸਤਿਗੁਰਾਂ ਦੇ ਪਾਵਨ ਇਤਿਹਾਸ ਦੀ ਕਥਾ ਆਪ ਜੀ ਸਰਵਣ ਕਰਦੇ ਆ ਰਹੇ ਹੋ। ਕੱਲ੍ਹ ਆਪ ਜੀ ਨੇ ਪਿੱਛੇ ਸੁਣਿਆ ਕਿ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਸਿੱਖੀ ਦੀ ਪਰਖ ਕਰਨ ਦੇ ਲਈ ਇੱਕ ਐਸਾ ਸਾਂਗ ਵਰਤਾਉਂਦੇ ਹਨ ਜਿਹਦੇ ਵਿੱਚ ਜਿਹੜੇ ਕੱਚੇ ਜਿਹੇ ਸਨ ਉਹਨਾਂ ਦੇ ਮਨ ਦੇ ਵਿੱਚ ਸ਼ੰਕਾ ਆ ਗਈ। ਸ਼ੰਕਾ ਆਉਂਦੀ ਹੀ ਅਸ਼ਰਧਕ ਬੰਦਿਆਂ ਦੇ ਮਨ ਵਿੱਚ ਹੈ, ਜਿਨ੍ਹਾਂ ਦੇ ਹਿਰਦੇ ਵਿੱਚ ਪ੍ਰੇਮ ਪਰਪੱਕਵ ਹੋ ਜਾਏ, ਜਿਨ੍ਹਾਂ ਗੁਰਸਿੱਖਾਂ ਦੇ ਹਿਰਦੇ ਦੇ ਵਿੱਚ ਗੁਰੂ 'ਤੇ ਪੂਰਨ ਵਿਸ਼ਵਾਸ ਹੋਵੇ, ਉੱਥੇ ਸ਼ੰਕਾ ਨਹੀਂ ਆਉਂਦੀ। ਗੁਰੂ ਨਾਨਕ ਸਾਹਿਬ ਨੇ ਕੀਤਾ ਇਸ ਤਰ੍ਹਾਂ ਦਾ ਕੌਤਕ ਕਿ ਆਪ ਜੰਗਲ ਵੱਲ ਨੂੰ ਤੁਰੇ ਜਾਂਦੇ, ਨਾਲ ਕੁਝ ਕੁੱਤੇ ਅਤੇ ਸੂਅਰ ਲੈ ਲਏ, ਹੱਥ ਵਿੱਚ ਸੋਟੀ ਫੜ ਲਈ, ਜੰਗਲ ਵੱਲ ਨੂੰ ਜਾਂਦੇ ਅਤੇ ਜਿਹੜੇ ਸ਼ੰਕਾਵਾਦੀ ਸਨ ਉਹਨਾਂ ਦੇ ਮਨ ਵਿੱਚ ਇਹ ਆਈ ਕਿ ਅੱਜ ਕੈਸਾ ਸੰਗ ਵਰਤਾਇਆ ਗੁਰੂ ਜੀ ਨੇ, ਇਹ ਤਾਂ ਮਸਤਾਨਿਆਂ ਵਾਲੀ ਖੇਡ ਹੈ। ਅਤੇ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਪਾਵਨ ਬਾਣੀ ਦਾ ਸ਼ਬਦ ਵੀ ਉਚਾਰਨ ਕੀਤਾ, ਏਕ ਸਵਾਨ ਦੋਇ ਸਵਾਨੀ ਨਾਲ, ਭਲਕੇ ਭੌਕੈ ਸਦਾ ਬਿਆਲ, ਕੂੜ ਛੁਰਾ ਮੁੱਠਾ ਮੁਰਦਾਰ, ਧਾਨ ਕਰੂਪ ਰਹਾ ਕਰਤਾਰ, ਮੈਂ ਪਤ ਕੀ ਪੰਦ ਨਾ ਕਰਨੀ ਕੀ ਕਾਰ, ਧਾਨ ਕਰੂਪ ਰਹਾ ਕਰਤਾਰ, ਹਉ ਵਿਗੜੈ ਰੂਪ ਰਹਾ ਵਿਕਰਾਲ। ਜਿਹਦੇ ਵਿੱਚ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਜੀਵ ਦੇ ਅੰਦਰ ਦੀ ਹਾਲਾਤ ਜੋ ਅੰਦਰ ਬੰਦੇ ਦੇ ਚੱਲਦੇ ਹਨ ਉਹਨਾਂ ਦਾ ਬਿਆਨ ਕੀਤਾ। ਜੰਗਲ ਵਿੱਚ ਚਲੇ ਗਏ, ਬਾਕੀ ਸਾਰੇ ਤਾਂ ਨੱਠ ਗਏ, ਪਰ ਭਾਈ ਲਹਿਣਾ ਜੀ ਪਿੱਛੇ ਪਿੱਛੇ ਤੁਰਦੇ ਗਏ। ਜੰਗਲ ਵਿੱਚ ਜਾ ਕੇ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਭਾਈ ਲਹਿਣਾ ਜੀ ਨੂੰ ਵੀ ਹੁਕਮ ਕੀਤਾ, ਜਾਓ ਲਹਿਣਾ ਜੀ ਪਿੱਛੇ ਦੌੜ ਜਾਓ, ਪਿੱਛੇ ਦੇਖਣਾ ਵੀ ਨਹੀਂ। ਹੁਕਮ ਮੰਨ ਕੇ ਭਾਈ ਲਹਿਣਾ ਜੀ ਧਰਮਸ਼ਾਲਾ ਵਿੱਚ ਆਏ। ਦੂਸਰੇ ਗੁਰਸਿੱਖਾਂ ਨੇ ਪੁੱਛਿਆ ਕਿ ਮਹਾਰਾਜ ਗੁਰੂ ਨਾਨਕ ਦੇਵ ਮਹਾਰਾਜ ਜੀ ਕਿੱਥੇ ਹਨ? ਭਾਈ ਲਹਿਣਾ ਜੀ ਨੇ ਆਖਿਆ ਉਹ ਜੰਗਲ ਵਿੱਚ ਹਨ। ਪਰ ਗੁਰਸਿੱਖੋ, ਜਿਸ ਤਰ੍ਹਾਂ ਤੁਸੀਂ ਗੁਰੂ ਤੋਂ ਮੂੰਹ ਮੋੜ ਲਿਆ ਇਹ ਠੀਕ ਨਹੀਂ। ਗੁਰੂ ਪਾਤਸ਼ਾਹ ਸਰਬ ਕਲਾ ਸਮਰੱਥ ਹਰ ਭੇਖ ਦੇ ਵਿੱਚ, ਹਰ ਰੂਪ ਵਿੱਚ ਉਹ ਹੈ ਤਾਂ ਉਹੀ ਗੁਰੂ ਹੈ ਨਾ। ਹਜੇ ਇੰਨੀਆਂ ਕੁ ਬਾਤਾਂ ਕਰ ਰਹੇ ਸਨ ਕਿ ਗੁਰੂ ਨਾਨਕ ਦੇਵ ਮਹਾਰਾਜ ਵਾਪਸ ਮੁੜ ਆਏ, ਹੱਥ ਵਿੱਚ ਸੋਟਾ ਫੜਿਆ ਹੋਇਆ, ਅਤੇ ਸਿੱਖ ਕੋਲ ਨੂੰ ਆਉਂਦੇ ਮੱਥੇ ਟੇਕਦੇ ਆ। ਆਓ ਦੇਖਦੇ ਹਾਂ ਕਿਵੇਂ ਕੁੱਤਕੇ ਨਾਲ ਸਿੱਖਾਂ ਦੀ ਪਰਖ ਹੁੰਦੀ ਆ, ਕਿਉਂਕਿ ਤਰ੍ਹਾਂ ਤਰ੍ਹਾਂ ਦੇ ਪਦਾਰਥ ਭੋਜਨ 36 ਪ੍ਰਕਾਰ ਦੇ ਲੰਗਰ ਖਾ ਕੇ ਤਾਂ ਹਰ ਕੋਈ ਆਖ ਸਕਦਾ ਮੈਂ ਪ੍ਰੇਮੀ ਹਾਂ, ਮੇਰੇ ਵਰਗਾ ਕੋਈ ਸਿਆਣਾ ਨਹੀਂ, ਪਿਆਰ ਵਾਲਾ ਨਹੀਂ।
ਪ੍ਰੇਮੀ ਤੇ ਉਹੀਓ ਹੈ ਸਾਧ ਸੰਗਤ ਜਿਹੜਾ ਔਖੀ ਤੋਂ ਔਖੀ ਘੜੀ ਵਿੱਚ ਵੀ ਸਾਥ ਦੇਵੇ। ਆਓ ਦੇਖਦੇ ਹਾਂ ਅੱਗੇ ਪ੍ਰਕਰਨ ਵਿੱਚ ਕੀ ਕੌਤਕ ਗੁਰੂ ਜੀ ਕਰਦੇ ਹਨ। ਪ੍ਰੇਮ ਨਾਲ ਹਾਜ਼ਰੀਆਂ ਲਵਾਉਂਦੇ ਹੋਏ ਆਖੋ ਜੀ, ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀਓ। ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਜਦੋਂ ਇਹਨਾਂ ਗੁਰਸਿੱਖਾਂ ਨੂੰ ਬੈਠਿਆਂ ਨੂੰ ਵੇਖਿਆ, ਗੁਰੂ ਜੀ ਨੇ ਇਸ ਤਰ੍ਹਾਂ ਦੀ ਦਸ਼ਾ ਬਣਾਈ ਹੈ, ਮਾਨੋ ਇਉਂ ਉਹਨਾਂ ਨੂੰ ਪੁੱਛਿਆ, ਕਹਿੰਦੇ ਤੁਸੀਂ ਕੌਣ ਹੋ, ਇੱਥੇ ਕਿਉਂ ਬੈਠੇ ਹੋ? ਜਣੋ ਜਾਣਦੇ ਹੀ ਨਾ ਹੋਣ, ਉਹਨਾਂ ਨੂੰ ਪਹਿਚਾਣਿਆ ਹੀ ਨਾ ਹੋਵੇ। ਅੱਖਾਂ ਜੀਆਂ ਘੁਮਾ ਲਈਆਂ, ਰੂਪ ਐਸਾ ਰੁਦਰ ਜਿਹਾ ਕੀਤਾ ਹੋਇਆ, ਤੇ ਦੇਖ ਕੇ ਕਹਿਣ ਲੱਗੇ, ਭਾਈ ਤੁਸੀਂ ਕੌਣ ਹੋ, ਇੱਥੇ ਕਿਉਂ ਬੈਠੇ ਹੋ? ਜਾਓ ਆਪੋ ਆਪਣੇ ਘਰਾਂ ਨੂੰ ਨੱਠੋ, ਇੱਥੇ ਤੁਹਾਡਾ ਕੋਈ ਕੰਮ ਨਹੀਂ, ਭੱਜ ਜਾਓ ਇੱਥੋਂ। ਇਉਂ ਗੁਰੂ ਜੀ ਨੇ ਥੋੜ੍ਹਾ ਜਿਹਾ ਗਰਜਵੀਂ ਆਵਾਜ਼ ਵਿੱਚ ਆਖਿਆ ਹੈ, ਉਹ ਭਾਈ ਤੁਹਾਡਾ ਇੱਥੇ ਸਾਨੂੰ ਕੋਈ ਕੰਮ ਨਹੀਂ, ਤੁਹਾਡੀ ਕੋਈ ਲੋੜ ਨਹੀਂ, ਦੇਰੀ ਨਾ ਕਰੋ, ਇੱਥੋਂ ਜਾਓ, ਨੱਠ ਜਾਓ। ਤੇ ਜਿਹੜੇ ਤੇ ਭੱਜਣ ਵਾਲੇ ਸੀ ਉਹ ਤੇ ਭੱਜ ਗਏ ਸਨ, ਕੁਝ ਕੁ ਰਹਿ ਗਏ ਜਿਹੜੇ, ਉਹਨਾਂ ਨੇ ਹੱਥ ਜੋੜੇ ਡਰਦਿਆਂ ਹੋਇਆਂ ਗੁਰੂ ਜੀ ਨੂੰ ਆਖਿਆ, ਬੜੇ ਡਰਦੇ ਹੋਏ ਕੰਬਦੇ ਹੋਏ, ਹੇ ਸਤਿਗੁਰੂ ਗੁਰੂ ਨਾਨਕ ਦੇਵ ਪਾਤਸ਼ਾਹ ਜੀ, ਅਸੀਂ ਤੁਹਾਡੇ ਸਿੱਖ ਹਾਂ, ਅਸੀਂ ਕੋਈ ਬਗਾਨੇ ਥੋੜ੍ਹਾ ਹਾਂ, ਤੁਹਾਡੇ ਆਪਣੇ, ਤੁਹਾਡੇ ਸਿੱਖ, ਤੁਹਾਡੇ ਸੇਵਕ ਹਾਂ ਜੀ। ਅਸੀਂ ਮਹਾਰਾਜ ਤੁਹਾਡੀ ਸਿੱਖੀ ਧਾਰਨ ਕੀਤੀ, ਤੁਹਾਨੂੰ ਨਹੀਂ ਛੱਡ ਸਕਦੇ। ਤੇ ਜਦੋਂ ਵੀ ਕੋਈ ਆਖੇ ਨਾ ਮੈਂ ਤੁਹਾਡਾ ਸਿੱਖ ਹਾਂ, ਜਦੋਂ ਵੀ ਕੋਈ ਇਉਂ ਆਖਣ ਲੱਗਾ, ਜਿਹੜਾ ਨੇੜੇ ਨੂੰ ਲੱਗ ਕੇ ਕਹਿੰਦਾ ਜੀ ਮੈਂ ਤੁਹਾਡਾ ਸਿੱਖ ਹਾਂ, ਘੁਮਾ ਕੇ ਕੁਤਕਾ ਪਿੱਠ ਤੇ ਜੜ ਦਿੰਦੇ, ਬੋਲੋ ਸਤਨਾਮ ਸ਼੍ਰੀ ਵਾਹਿਗੁਰੂ। ਪਰਖ ਤੇ ਐਂ ਹੁੰਦੀ ਆ, ਜਿਹੜਾ ਵੀ ਕੋਈ ਕਹਿੰਦਾ ਹੈ ਵੀ ਮੈਂ ਸਿੱਖ ਹਾਂ, ਉਹਦੇ ਕੁਤਕਾ ਮਾਰ ਦਿੰਦੇ, ਡੰਡਾ ਸੋਟਾ ਮਾਰ ਦਿੰਦੇ ਹਨ। ਜਦੋਂ 2-4 ਦੇ ਵੱਜੇ, ਜਿਹੜੇ ਪਿੱਛੇ ਖੜੇ ਸੀ ਉਹ ਤੇ ਪਿੱਛੇ ਨੂੰ ਰਹਿ ਗਏ ਵੀ ਕਿਤੇ ਮੇਰੇ ਨਾ ਵੱਜ ਜਾਏ। ਪਰ ਉਹ ਸੋਟੇ ਕਾਹਦੇ ਸੀ? ਉਹ ਤੇ ਮਹਾਰਾਜ ਸੱਚੇ ਪਾਤਸ਼ਾਹ ਜਿਹਦੇ ਸੋਟਾ ਗੁਰੂ ਦਾ ਵੱਜ ਜਾਂਦਾ, ਬ੍ਰਹਮ ਗਿਆਨ ਦੇ ਦਿਆ ਕਰਦੇ। ਜਿਹਦੇ ਵੀ ਕਿਤੇ ਗੁਰੂ ਨੇ ਸੋਟਾ ਮਾਰ ਦਿੱਤਾ, ਠੋਕਰ ਮਾਰ ਦਿੱਤੀ, ਜਿਹਨੂੰ ਉਹਨੂੰ ਤਾਰ ਦਿੱਤਾ। ਸਾਧ ਸੰਗਤ, ਗੁਰੂ ਸਮਰੱਥ ਹੈ, ਗੁਰੂ ਪਾਰ ਬ੍ਰਹਮ ਪੂਰਨ ਹੈ, ਪਾਰ ਪਰਮਾਤਮਾ ਦਾ ਰੂਪ ਹੈ। ਕਈ ਜਿਹੜੇ ਸਰੀਰ ਨਾਲ ਜੁੜੇ ਹੋਏ ਸਨ, ਉਹਨਾਂ ਦੇ ਮਨ ਦੇ ਉੱਤੇ ਸਾਧ ਸੰਗਤ ਜੀ ਬੜਾ ਅਸਰ ਜਾ ਹੋਇਆ, ਭੱਜ ਗਏ ਛੇਤੀ ਹੀ। ਜਿਹੜੇ ਰਹਿੰਦੇ ਸਨ ਬਸ ਥੋੜ੍ਹੇ ਜਿਹੇ, ਜਿਹੜੇ ਬਿਲਕੁਲ ਛੱਡਣਾ ਨਹੀਂ ਚਾਹੁੰਦੇ ਸੀ, ਜਿਨ੍ਹਾਂ ਦੇ ਲਈ ਹੋਰ ਕੋਈ ਥਾਂ ਹੈ ਨਹੀਂ ਸੀ। ਭਾਈ ਲੈਣੇ ਨੂੰ ਆਖਿਆ ਸੀ ਤੂੰ ਵੀ ਨੱਠ ਜਾ, ਭੱਜਾ, ਮੈਂ ਜਾਵਾਂ ਕਿੱਥੇ ਜੀ, ਮੇਰੇ ਕੋਲ ਤੇ ਕੁਛ ਨਹੀਂ ਜਾਣ ਨੂੰ, ਇਹ ਦਰ ਤੋਂ ਬਿਨਾਂ ਮੇਰੇ ਕੋਲ ਕੁਛ ਨਹੀਂ, ਦੱਸ ਦਿਓ ਕਿੱਥੇ ਜਾਵਾਂ, ਚਲਾ ਜਾਣਾ। ਇਹਨਾਂ ਵਿੱਚੋਂ ਕੁਝ ਕੁ ਜਣੇ ਹੀ ਰਹਿ ਗਏ, ਬਾਕੀ ਦੀ ਜਿਹੜੀ ਵੱਡੀ ਫੌਜ ਸੀ, ਫੁਲਕੇ ਦੇ ਜਿਹੜੇ ਪ੍ਰੇਮੀ ਸੀ, ਖਾਣ ਪੀਣ ਵਾਲੇ ਸੀ ਜਿਹੜੇ, ਉਹ ਤੇ ਭੱਜ ਗਏ ਹਨ। ਜਿਹੜੇ ਪਿੱਛੇ ਰਹਿ ਗਏ ਉਹਨਾਂ ਨੂੰ ਵੀ ਗੁਰੂ ਜੀ ਨੇ ਪੁੱਛਿਆ ਹੈ, ਜਿਨ੍ਹਾਂ ਦੇ ਕੁਤਕਾ ਫਿਰ ਗਿਆ ਫਿਰ ਵੀ ਟਿਕੇ ਰਹੇ, ਝੱਲ ਗਏ। ਮਹਾਰਾਜ ਕਹਿੰਦੇ ਕਦੋਂ ਕਦੇ ਸਿੱਖ ਬਣੇ ਹੋ ਭਾਈ ਤੁਸੀਂ, ਮੇਰੀ ਸਿੱਖੀ ਕਦੋਂ ਕੁ ਤੋਂ ਧਾਰਨ ਕੀਤੀ ਹੈ, ਦੇਰੀ ਨਾ ਲਾਓ, ਜਲਦੀ ਦੱਸੋ। ਸੁਣ ਕੇ ਸਿੱਖਾਂ ਨੇ ਬਚਨ ਕੀਤੇ, ਗੁਰੂ ਜੀ ਦੇ ਬਚਨ ਸੁਣੇ ਨਾ। ਮਹਾਰਾਜ ਕਹਿੰਦੇ ਕਦੋਂ ਕੁ ਤੋਂ ਸਿੱਖੋ ਤੁਸੀਂ?
ਤੇ ਅੱਗੋਂ ਫਿਰ ਸਿੱਖਾਂ ਨੇ ਜੋ ਜਵਾਬ ਦਿੱਤਾ ਸੁਣੋ। ਉਹਨਾਂ ਦੇ ਵਿੱਚ ਕੁਝ ਨਿਮਰਤਾ ਸੀ। ਕਹਿੰਦੇ ਮਹਾਰਾਜ ਸਿੱਖ ਤੇ ਉਦੋਂ ਹੀ ਬਣ ਸਕਦਾ ਜਦੋਂ ਤੁਸੀਂ ਆਪ ਬਣਾ ਲਓ। ਬੋਲੋ ਸਤਿਨਾਮ ਸ੍ਰੀ ਵਾਹਿਗੁਰੂ। ਹੁਣ ਤੇ ਸਾਧ ਸੰਗਤ ਸਾਡੇ ਕੋਲੋਂ ਮਾਣ ਨਹੀਂ ਚੱਕਿਆ ਜਾਂਦਾ। ਮੈਂ ਬੜਾ ਵੱਡਾ ਸਿੱਖ, ਮੈਂ ਬੜਾ ਵੱਡਾ ਸੰਤ, ਮੈਂ ਬੜਾ ਵੱਡਾ ਭਾਈ ਗਿਆਨੀ। ਜਿਹੜਾ ਵੀ ਲੱਗਦਾ ਹੈ ਬਸ ਹਰ ਕੋਈ ਉਹ ਆਪਣੇ ਆਪ ਨੂੰ ਫਖਰ ਕਰਦਾ। ਮੇਰੇ ਵਰਗਾ ਕੋਈ ਫਖਰ ਨਹੀਂ, ਮੇਰੇ ਵਰਗਾ ਕੋਈ ਹੈ ਨਹੀਂ ਜੀ ਤੇ ਕੌਮ ਫਖਰ ਕਰ ਸਕੇ। ਪਰ ਕੀ ਕਿਤੇ ਗੁਰੂ ਗ੍ਰੰਥ ਸਾਹਿਬ ਵਿੱਚ ਐਸਾ ਹੈ ਕਿ ਸਿੱਖ ਸਿੱਖ ਬਣ ਜਾਏ? ਸਿੱਖ ਤੇ ਸਿੱਖੀ ਵੀ ਉਦੋਂ ਹੀ ਧਾਰਨ ਕਰਦਾ ਜਦੋਂ ਗੁਰੂ ਉਹਨੂੰ ਸਿੱਖੀ ਦੇਵੇ। ਆਪਣੇ ਆਪ ਸਿੱਖੀ ਵੀ ਨਹੀਂ ਧਾਰਨ ਕਰ ਸਕਦਾ। ਇਹ ਸਿੱਖ ਦੇ ਅੰਦਰ ਹੋਣੀ ਚਾਹੀਦੀ। ਜਿੱਡਾ ਮਰਜ਼ੀ ਸਿੱਖ ਬਣ ਜਾਏ, ਉਹਦੇ ਅੰਦਰ ਭਾਵਨਾ ਗੁਰੂ ਅੱਗੇ ਹੀ, ਮਹਾਰਾਜ ਸਿੱਖੀ ਮੈਂ ਨਹੀਂ ਕਮਾ ਸਕਦਾ। ਸਿੱਖੀ ਕੋਈ ਮਾਮੂਲੀ ਚੀਜ਼ ਹੈ, ਕੋਈ ਆਮ ਸ਼ੈ ਹੈ ਕਿ ਜਿੱਥੋਂ ਮਰਜ਼ੀ ਖਰੀਦ ਲਓ ਅਤੇ ਆਪਣੇ ਘਰ ਦੀ ਮਲਕੀਅਤ ਬਣ ਗਈ। ਨਾ, ਸਿੱਖੀ ਵੀ ਗੁਰੂ ਦੀ ਦਾਤ ਹੈ। ਸਭ ਤੋਂ ਵੱਡੇ ਭਾਗ ਗੁਰਸਿੱਖਾਂ ਕੇ ਆਖਿਆ ਬਾਣੀ ਵਿੱਚ। ਸਭ ਤੋਂ ਸੰਤ ਵੀ ਲਿਖੇ ਆ, ਮਹਾਤਮਾ ਵੀ ਲਿਖੇ ਆ, ਗਿਆਨੀ ਵੀ ਲਿਖੇ ਆ, ਭਗਤ ਵੀ ਲਿਖੇ ਆ, ਪਰ ਲਾਸਟ 'ਚ ਲਿਖਿਆ ਸਭ ਤੋਂ ਅਗਰ ਵੱਡੇ ਭਾਗ ਨੇ ਤੇ ਗੁਰਸਿੱਖਾਂ ਦੇ ਆ ਜੋ ਗੁਰਚਰਨੀ ਸਿੱਖ ਪੜਤੇ ਆ। ਜਿਹੜੇ ਸਿੱਖ ਗੁਰੂ ਚਰਨਾਂ ਜਾ ਕੇ ਪੈਂਦੇ ਤੇ ਗੁਰੂ ਉਹਨਾਂ ਨੂੰ ਆਪਣੀ ਸਿੱਖੀ ਬਖਸ਼ ਦੇ, ਉਹ ਸਾਧ ਸੰਗਤ ਅਸਲ ਸਿੱਖ ਹੁੰਦਾ ਹੈ। ਸਿੱਖਾਂ ਨੇ ਬੇਨਤੀ ਕੀਤੀ, ਹੇ ਪਾਤਸ਼ਾਹ ਅਸੀਂ ਕਿਹੜੇ ਸਿੱਖ ਬਣੇ? ਇਹ ਤਾਂ ਉਦੋਂ ਹੀ ਕੋਈ ਸਿੱਖ ਬਣ ਸਕਦਾ ਜਦੋਂ ਤੁਸੀਂ ਬਣਾ ਲਓ ਜੀ। ਮਹਾਰਾਜ ਆਪ ਜੀ ਨੂੰ ਕਿਸੇ ਦੀ ਕੋਈ ਪਰਵਾਹ ਨਹੀਂ, ਆਪ ਬੇਪਰਵਾਹ ਪ੍ਰਮਾਤਮਾ ਦੇ ਰੂਪ ਹੋ ਜੀ। ਮਹਾਰਾਜ ਅਸੀਂ ਤੇ ਦੁੱਖਾਂ ਦੇ ਮਾਰੇ, ਦੁੱਖਾਂ ਤੋਂ ਛੁਟਕਾਰਾ ਪਾਉਣ ਲਈ ਤੁਹਾਡੇ ਦਾਰੇ ਆਏ ਹਾਂ। ਕਈ ਤੇ ਕੰਬੀ ਜਾਂਦੇ ਆ, ਖੜੇ ਖੜੇ ਡਰਦੇ ਆ ਵੀ ਜੇ ਬੋਲਾਂਗੇ ਸੋਟਾ ਨਾ ਆ ਜਾਏ, ਕਿਤੇ ਕੁਤਕਾ ਨਾ ਵੱਜ ਜਾਏ। ਇਸ ਲਈ ਕੰਬਦੇ ਕੰਬਦੇ ਹੌਲੀ ਹੌਲੀ ਜੇ ਵਚਨ ਕਰਦੇ ਹਨ। ਗੁਰੂ ਜੀ ਦਾ ਜਿਹੜਾ ਪ੍ਰਭਾਵ ਹੈ, ਪ੍ਰਕਾਸ਼ ਹੈ, ਉਹ ਸਹਿਆ ਥੋੜ੍ਹੀ ਜਾਂਦਾ ਕਿਤੇ। ਉਹਨਾਂ ਦਾ ਜਿਹੜਾ ਚਿਹਰੇ ਦਾ ਪ੍ਰਤਾਪ ਹੈ ਨਾ ਜੀ, ਉਹ ਵੀ ਸਹਿਣ ਨਹੀਂ ਹੋ ਸਕਦਾ ਹਰ ਕਿਸੇ ਤੋਂ। ਜਿਹੜਾ ਵੀ ਕੋਈ ਕਹਿੰਦਾ ਜੀ ਮੈਂ ਸਿੱਖ ਹਾਂ, ਮਹਾਰਾਜ ਕੁਤਕਾ ਵੀ ਛੱਡ ਦਿੰਦੇ। ਇਹ ਕੁਤਕੇ ਖਾ ਕੇ ਹੀ ਕੌਮ ਬਣੀ ਹੈ। ਤਾਂ ਹੀ ਫਿਰ ਜਦੋਂ ਆਖਿਆ ਸੀ ਨਾ ਵੀ ਸਿੱਖ ਖਤਮ ਹੋ ਗਏ ਦੁਨੀਆ ਦੇ ਵਿੱਚ, ਜਦੋਂ ਗੱਲਾਂ ਕਰਦੇ ਜਾਂਦੇ ਨਾ ਵੀ ਸਿੱਖ ਖਤਮ ਹੋ ਗਏ ਦੁਨੀਆ 'ਤੇ। ਸੁਣਿਆ ਬਾਬਾ ਬੋਤਾ ਸਿੰਘ, ਬਾਬਾ ਗਰਜਾ ਸਿੰਘ ਨੇ, ਉਹ ਦੋ ਗੁਰੂ ਕਿਆ ਸਿੰਘਾਂ ਨੇ, ਜਦੋਂ ਸਿੱਖਾਂ ਦੇ ਸਿਰਾਂ ਦਾ ਮੁੱਲ 80 ਰੁਪਏ ਪੈਂਦਾ ਸੀ, ਵੱਢ ਕੇ ਲਿਆਵੇ ਅਤੇ 100 ਰੁਪਈਆ ਦਿੱਤਾ ਜਾਂਦਾ ਸੀ। ਪ੍ਰਾਚੀਨ ਪੰਥ ਪ੍ਰਕਾਸ਼ ਵਿੱਚ ਲਿਖਿਆ ਕਿ ਕਈ ਲੋਕ ਆਪਣੀਆਂ ਲੜਕੀਆਂ ਦੇ ਸਿਰ ਵੱਢ ਕੇ ਲੈ ਜਾਂਦੇ, ਮੂੰਹ ਛਿੱਲ ਕੇ, ਵੀ ਇਹ ਨੌਜਵਾਨ ਸਿੱਖ ਸੀ, ਬੱਚਾ ਸੀ ਸਿੱਖਾਂ ਦਾ, ਤਾਂ ਵੀ ਪੈਸੇ ਪ੍ਰਾਪਤ ਕਰਦੇ ਸਨ। ਐਸੀ ਭੀੜ ਬਣੀ ਸੀ ਤਾਂ ਵੀ ਗੁਰੂ ਕੇ ਖਾਲਸੇ ਨੇ ਆਪਣਾ ਖਾਲਸਾ ਰਾਜ ਕਾਇਮ ਕਰ ਦਿੱਤਾ ਸੀ। ਬਾਬਾ ਬੋਤਾ ਸਿੰਘ, ਬਾਬਾ ਗਰਜਾ ਸਿੰਘ ਹੋਣਾ ਨੇ ਜਿਸ ਸਮੇਂ ਗੁਰੂ ਕਹਿਣ 'ਤੇ ਵੀ ਪਾਬੰਦੀ ਸੀ, ਗਿਆਨੀ ਰਤਨ ਸਿੰਘ ਭੰਗੂ ਲਿਖਦੇ ਆ ਪ੍ਰਾਚੀਨ ਪੰਥ ਪ੍ਰਕਾਸ਼ ਵਿੱਚ ਕਿ ਉਸ ਸਮੇਂ ਉਹਨੇ ਗੁੜ ਸ਼ਬਦ ਬਦਲ ਕੇ ਭੇਲੀ ਸ਼ਬਦ ਬਣਾ ਦਿੱਤਾ ਸੀ, ਵੀ ਗੁੜ ਕਹਿਣ ਨਾਲ ਗੁਰੂ ਯਾਦ ਆ ਜਾਂਦਾ ਹੈ। ਭੇਲੀ ਕਿਹਾ ਕਰੋ ਗੁੜ ਨੂੰ, ਭੇਲੀ ਉੱਥੋਂ ਸ਼ਬਦ ਸ਼ੁਰੂ ਹੋਇਆ। ਅਤੇ ਗੁੜ ਸ਼ਬਦ ਨਹੀਂ ਸੀ ਕਹਿੰਦੇ। ਅਤੇ ਐਸੇ ਮੌਕੇ ਵੀ ਗੁਰੂ ਕੇ ਸਿੱਖ ਹਮੇਸ਼ਾ ਦੋਵੇਂ ਵੇਲੇ ਅਰਦਾਸ ਕਰਦੇ ਸੀ ਔਰ ਆਪਣੇ ਆਪ ਨੂੰ ਸਿੱਖ ਕਹਾਉਂਦੇ ਸੀ। ਇਹ ਤਸੀਰ ਉੱਥੋਂ ਹੀ ਹੈ। ਜੇ ਕੋਈ ਆਖੇ ਜੀ ਸਿੱਖ ਗੁਰੂ ਕਿਹੜਾ ਸਿੱਖਾਂ ਨੂੰ ਕੁੱਟ ਕੇ ਕਿਉਂ ਮਾਰਦੇ ਹੋ ਭਾਈ? ਏਸੀਆਂ 'ਚ ਬੈਠ ਬੈਠ ਕੇ ਤਰ੍ਹਾਂ ਤਰ੍ਹਾਂ ਦੇ ਭੋਜਨ ਖਾ ਖਾ ਕੇ ਸਿੱਖੀ ਨਹੀਂ ਬਣਦੀ। ਸਿੱਖੀ ਤਾਂ ਉਹਨਾਂ ਦੇ ਕੋਲ ਹੀ ਹੈ ਜਿਹੜੇ ਕਿਰਤਾਂ ਬਿਰਤਾਂ ਕਰਦੇ ਧਰਮ ਦੀਆਂ, ਜਿਹੜੇ ਮਿਹਨਤਾਂ ਕਰਦੇ, ਜਿਨ੍ਹਾਂ ਸਿਰ ਦਿੱਤਾ ਸਿੱਖੀ ਦੇ ਲਈ। ਸਿੱਖੀ ਉਹਨਾਂ ਦੀ ਹੈ।
ਅਸੀਂ ਤਾਂ ਵੈਸੀ ਲੰਬੜਦਾਰ ਚੌਧਰੀ ਬਣੇ ਹੋਏ ਹਾਂ, ਧੱਕਾ ਕਰ ਰਹੇ ਹਾਂ ਅਸੀਂ। ਅਸਲ ਸਿੱਖ ਤੇ ਉਹ ਨੇ ਸੇਵਕ। ਜਦੋਂ ਭਾਈ ਡੱਲੇ ਨੂੰ ਆਖਿਆ ਮਹਾਰਾਜ ਨੇ, ਕਹਿੰਦਾ ਮਹਾਰਾਜ ਸੱਚੇ ਪਾਤਸ਼ਾਹ ਮੈਨੂੰ ਹੁਕਮ ਕਰਦੇ, ਮੈਂ ਆ ਜਾਣਾ ਸੀ। ਕਈ ਵਾਰ ਆਖਤਾ ਮਹਾਰਾਜ ਕਹਿੰਦੇ ਲਿਆ ਤਾਂ ਤੇਰਾ ਕੋਈ ਵੱਡਾ ਬੰਦਾ ਬਹਾਦਰ ਸਾਹਮਣੇ ਬੰਦੂਕ ਦਾ ਨਿਸ਼ਾਨਾ ਪਰਖ ਲਈਏ। ਤੇ ਇੱਕਦਮ ਮੂੰਹ ਤੇ ਪੀਲਤਨ ਛਾ ਗਈ, ਪੀਲਾਪਨ। ਕਹਿੰਦੇ ਚੰਗਾ ਦਿਖਾਈਏ ਤੈਨੂੰ ਫਿਰ ਸਾਡੇ ਸੂਰਮੇ, ਸਾਡੇ ਵਾਰਸ। ਮਾਰੋ ਆਵਾਜ਼ ਮਾਰੀ। ਭਾਈ ਵੀਰ ਸਿੰਘ, ਭਾਈ ਧੀਰ ਸਿੰਘ ਘੋੜਿਆਂ ਦੀ ਸੇਵਾ ਕਰ ਰਹੇ ਸਨ, ਸਿੱਧੇ ਹੀ ਆ ਗਏ। ਮਹਾਰਾਜ ਪਹਿਲਾਂ ਮੇਰੇ ਹਿੱਕ 'ਚ ਗੋਲੀ ਮਾਰੇ। ਗੁਰੂ ਗੋਬਿੰਦ ਸਿੰਘ ਕਹਿੰਦੇ ਆਹ ਮੇਰੇ ਸਿੱਖ ਨੇ, ਇਹਨਾਂ ਲਈ ਆਖਿਆ ਮੈਂ ਹਉ ਖਾਲਸੇ ਕਾ ਖਾਲਸਾ ਮੇਰਾ, ਇਹ ਨੇ ਮੇਰੇ। ਫਿਰ ਮਹਾਰਾਜ ਕਹਿੰਦੇ ਇਹਾਂ ਜਿਹਾ ਨੂੰ ਕਿਤੇ ਮਾਰਿਆ ਜਾਂਦਾ ਹੈ? ਇੱਦਾਂ ਨਹੀਂ, ਗੋਲੀ ਉੱਤੋਂ ਦੀ ਲੰਘਾ ਦਿੱਤੀ। ਤਾਂ ਸਾਧ ਸੰਗਤ ਜਦੋਂ ਕੋਈ ਆਪਾ ਵਾਰਦਾ ਹੈ, ਆਪ ਗਵਾਈਆ ਤਾਂ ਸਹੁ ਪਾਈਆ ਔਰ ਕੈਸੀ ਚਤੁਰਾਈ, ਸੋ ਨਦਰ ਕਰ ਦੇਖੈ ਸੋ ਦਿਨ ਲੇਖੈ ਕਾਮਨ ਨੌ ਨਿਧ ਪਾਈ। ਇਹ ਗੁਰੂ ਕੇ ਪਿਆਰਿਓ ਮਾਣ ਗੁਰੂ ਘਰ ਵਿੱਚ ਬਿਲਕੁਲ ਨਹੀਂ। ਬਾਣੀ 'ਚ ਲਿਖਿਆ ਆਨੜੀਏ ਮਾਨੜਾ ਕਾਇ ਕਰੇ, ਆਪਨੜਾ ਘਰ ਹਰ ਰੰਗੋ ਕੀ ਨਾ ਮਾਣੇ, ਸੋ ਨੇੜਾ ਧਨ ਕਮਲੀਏ ਬਾਹਰ ਕਿਆ ਢੂੰਡੇ, ਭੈ ਕੀਆਂ ਦੇਹ ਸਲਾਈਆਂ ਨੈਣੀ, ਭਾਵ ਕਾ ਕਰ ਸਿਗਾਰੋ, ਤਾਂ ਸੁਹਾਗਣ ਜਾਣੀਆਂ ਲਾਗੀ ਜਾ ਸਹੁ ਧਰੇ ਪਿਆਰੋ। ਪਰ ਆਮ ਤੌਰ 'ਤੇ ਹਿੱਕ ਦੀ ਮੱਤ ਚਤੁਰਾਈ ਵਾਲੇ ਬੰਦੇ ਸਿੱਖ ਆਪਣੇ ਆਪ ਨੂੰ ਘੋਸ਼ਿਤ ਕਰਦੇ, ਪਰ ਉਹ ਸਿੱਖ ਨਹੀਂ ਜੇ ਹੋ ਸਕਦਾ। ਜਿਹੜਾ ਤੇ ਚੱਲ ਗਿਆ ਸੋਟਾ ਸਾਧ ਸੰਗਤ ਤੋਂ ਤੇ ਬਣ ਗਿਆ ਸਿੱਖ। ਜਿਹੜੇ ਨੇ ਝੱਲ ਲਈ ਮਾਰ, ਉਹ ਤੇ ਉਹਨੇ ਤੇ ਪ੍ਰਾਪਤ ਕਰ ਲਈ ਸਾਧ ਸੰਗਤ ਜੀ ਗੁਰੂ ਕੀ ਅਸਲੀ ਸਿੱਖੀ। ਤੇ ਜਿਹੜੇ ਡਰਦੇ ਉਹ ਭੱਜ ਗਏ ਹਨ। ਸੋਟਾ ਝੱਲਣਾ ਵੀ ਔਖਾ। ਸੋਟਾ ਜਦੋਂ ਵੱਜਦਾ ਤੇ ਜਿੱਥੇ ਵੱਜਦਾ ਪੀੜ ਉੱਠ ਜਾਂਦੀ ਹੈ। ਦੂਰ ਨੂੰ ਭੱਜਦੇ ਸੋਟੇ ਖਾ ਖਾ ਕੇ, ਥੋੜੇ ਜਿਹੇ ਬਚ ਗਏ। ਗੁਰੂ ਜੀ ਨੇ ਉਹਨਾਂ ਸਾਰਿਆਂ ਵੱਲ ਨੂੰ ਮੂੰਹ ਕਰਕੇ ਆਖਿਆ, ਕੀ ਕਹਿੰਦੇ? ਕਹਿੰਦੇ ਜੇ ਭਾਈ ਤੁਸੀਂ ਮੇਰੇ ਸਿੱਖ ਹੋ ਨਾ, ਸੁਣੋ ਮੇਰੀ ਗੱਲ, ਜੇ ਤੁਸੀਂ ਕਹਿੰਦੇ ਕਿ ਅਸੀਂ ਤੁਹਾਡੇ ਸਿੱਖ ਹਾਂ ਜੀ, ਚੰਗਾ ਇਉਂ ਕਰੋ ਮੇਰੀ ਆਗਿਆ ਮੰਨੋ। ਫਿਰ ਹੋਰ ਥੋੜ੍ਹੀ ਜਿਹੀ ਕਰੜੀ, ਹੁਣ ਕਹਿ ਲਓ ਕਿ ਪਰਖ ਹੈ। ਕਹਿੰਦੇ ਚੰਗਾ ਭਾਈ ਜੇ ਤੁਸੀਂ ਜਾਂਦੇ ਨਹੀਂ ਬੈਠੇ ਹੋ ਤਾਂ ਚੰਗਾ, ਫਿਰ ਮੇਰੀ ਆਗਿਆ ਮੰਨੋ ਭਾਈ ਗੁਰਸਿੱਖੋ, ਮੈਂ ਅੱਗੇ ਅੱਗੇ ਜਾਣਾ ਹੈ ਤੇ ਤੁਸੀਂ ਮੇਰੇ ਪਿੱਛੇ ਪਿੱਛੇ ਆਉਂਦੇ ਰਹੋ। ਇਉਂ ਕਹਿ ਕੇ ਨਾ ਜੀ, ਤੇ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਆਪ ਜੀ ਅੱਗੇ ਅੱਗੇ ਚੱਲ ਪਏ ਹਨ। ਤੇ ਜੇ ਤਿਕ ਰਹੇ ਸਿੱਖ ਤੇ ਥਾਈ, ਜਿੰਨੇ ਕੁ ਸਿੱਖ ਉੱਥੇ ਬੈਠੇ ਹੋਏ ਸਨ, ਹੌਲੀ ਹੌਲੀ ਚਲਦੇ 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 ਗੁਰੂ ਜੀ ਦੇ ਪਿੱਛੇ ਚਲੇ ਗਏ। ਕਿਉਂਕਿ ਉੱਥੇ ਪਰਖ ਜੋ ਹੋਣੀ ਸੀ ਹੁਣ ਸਾਰਿਆਂ ਨੂੰ, ਨਹੀਂ ਤੇ ਕੱਲ੍ਹ ਨੂੰ ਇਹਨਾਂ 'ਚੋਂ ਕਿਸੇ ਨੇ ਕਹਿ ਦੇਣਾ ਸੀ ਭਾਈ ਲਹਿਣੇ ਨੂੰ ਗੁਰਿਆਈ ਦਿੱਤੀ ਤੁਸੀਂ, ਕੀ ਖਾਸੀਅਤ ਸੀ ਲਹਿਣੇ ਵਿੱਚ, ਅਸੀਂ ਵੀ ਤਾਂ ਤੁਹਾਡੇ ਸਿੱਖ ਸੀ। ਉਹਨਾਂ ਸਾਰਿਆਂ ਨੂੰ ਦਿਖਾਉਣਾ ਸੀ ਵੀ ਕੀ ਖਾਸੀਅਤ ਹੈ, ਭਾਵੇਂ ਉਹ ਧੁਰਦਰ ਗਾਹੋਂ ਹੀ ਆਏ ਨੇ, ਇਸ ਗੱਲ ਵਿੱਚ ਕੋਈ ਦੋ ਰਾਵਾਂ ਨਹੀਂ। ਗੁਰਿਆਈ ਕੋਈ ਘਾਲਣਾ, ਕੋਈ ਚਤੁਰਾਈ, ਕੋਈ ਸਿਆਣਪ ਦੀ ਨਾਲ ਨਹੀਂ ਮਿਲਦੀ। ਗੁਰਿਆਈ ਤੇ ਧੁਰੋਂ ਹੀ ਜਿਹੜੇ ਗੁਰੂ ਆਏ ਉਹਨਾਂ ਨੂੰ ਮਿਲੀ, ਪਰ ਲੋਕਾਂ ਨੂੰ ਸਿਰਫ ਸਾਰਿਆਂ ਨੂੰ ਦਿਖਾਉਣ ਲਈ ਕਿ ਇਹਨਾਂ 'ਚ ਕੀ ਖਾਸੀਅਤ ਹੈ, ਉਹਨਾਂ ਦਾ ਭਰਮ ਕੱਟਣ ਲਈ ਇਹ ਕੌਤਕ ਕੀਤਾ ਹੈ। ਇਹ ਤੇ ਉਹੀਓ ਸਾਬਤ ਰਹਿ ਸਕਦਾ ਸਾਧ ਸੰਗਤ ਜੀ, ਉਸੇ ਦੀ ਸ਼ਰਧਾ ਰਹਿ ਸਕਦੀ ਜੀ ਤੇ ਪੂਰੀ ਉਹ ਕਿਰਪਾ ਹੋਵੇ। ਤੇ ਜਿਸ ਪਰ ਹੋਵੇ ਨਾ ਕਿਰਪਾ ਹੋਤੀ, ਜੋ ਦੂਰ ਉਜਾੜ ਵਿਸਾਲਾ। ਪਿੱਛੇ ਪਿੱਛੇ ਸਿੱਖ, ਦੂਰ ਨੂੰ ਥੋੜ੍ਹੇ ਜਿਹੇ ਭਾਈ ਲਹਿਣਾ ਜੀ ਤਾਂ ਕੋਲ ਨੇ, ਉਹਨਾਂ ਦੇ ਵੀ ਕਈ ਕੁਤਕੇ ਵੱਜੇ,
ਪਰ ਉਹ ਨਹੀਂ ਹਿਲਦੇ, ਕੁਤਕਾ ਖਾ ਕੇ ਬੈਠੇ ਰਹਿੰਦੇ। ਹੋਰ ਮਾਰ ਲਓ, ਮੇਰਾ ਤੇ ਹੈ ਹੀ ਨਹੀਂ ਕੁਛ। ਨਾਲ ਨਾਲ ਜਾ ਰਹੇ, ਜਿੱਧਰ ਨੂੰ ਜੰਗਲ ਸੀ ਨਾ ਉੱਧਰ ਚਲੇ ਗਏ। ਤੇ ਨਾਲ ਨਾਲ ਸਿੱਖ, ਨਾਲ ਨਾਲ ਗੁਰੂ ਜੀ। ਅੱਗੇ ਗਏ ਨਾ, ਅੱਜ ਬੜੀ ਇੱਕ ਕਹਿ ਲਓ ਅਨੋਖੀ ਘਟਨਾ ਘਟੀ। ਅੱਗੇ ਇੱਕ ਸੀੜੀ ਪਈ ਆ, ਜਿਹਦੇ ਉੱਤੇ ਅਸੀਂ ਮੁਰਦੇ ਨੂੰ ਪਾ ਕੇ ਨਹੀਂ ਲਿਜਾਈਦਾ। ਇਉਂ ਸੀੜੀ ਜੀ ਪਈ ਆ, ਇਉਂ ਲੱਗਦਾ ਕਿ ਉਹਦੇ ਉੱਤੇ ਮੁਰਦਾ ਪਿਆ। ਉੱਤੇ ਕੱਪੜਾ ਚਿੱਟਾ ਰੱਖਿਆ ਹੋਇਆ, ਆਲੇ ਦੁਆਲੇ ਕੱਪੜੇ ਨਾਲ ਢਕਿਆ ਹੋਇਆ। ਤੇ ਗੁਰੂ ਨਾਨਕ ਦੇਵ ਮਹਾਰਾਜ ਜੀ ਉੱਧਰ ਨੂੰ ਲੈ ਗਏ ਹਨ। ਉੱਪਰ ਚਿੱਟਾ ਕੱਪੜਾ, ਜਿਹਦੇ ਨਾਲ ਉਹ ਸੀੜੀ ਨੂੰ ਢਕਿਆ ਹੋਇਆ ਹੈ। ਕੁਝ ਕੁ ਲੱਕੜਾਂ ਜੀਆਂ ਪਈਆਂ ਹਨ ਕੋਲ। ਗੁਰੂ ਨਾਨਕ ਦੇਵ ਮਹਾਰਾਜ ਜੀ ਉੱਥੇ, ਜਿੱਥੇ ਮੁਰਦਾ ਨੁਮਾ ਐਂ ਦੇਖਣ ਨੂੰ ਲੱਗਦਾ ਮੁਰਦਾ ਹੀ ਪਿਆ, ਸੀੜੀ ਦੇ ਉੱਤੇ ਕੋਲ ਲੱਕੜਾਂ ਪਈਆਂ, ਮਾਨੋ ਚਿਖਾ ਬਣਾਉਣ ਦੇ ਲਈ, ਅੱਗ ਲਾਉਣ ਲਈ। ਉੱਥੇ ਜਾ ਕੇ ਗੁਰੂ ਨਾਨਕ ਦੇਵ ਮਹਾਰਾਜ ਖੜ ਗਏ ਹਨ। ਸਿੱਖ ਬਈ ਆ ਗਏ ਸਾਰੇ। ਉੱਚੇ ਦਿਨੇ ਬੋਲ ਕੇ ਗੁਰੂ ਨਾਨਕ ਦੇਵ ਜੀ ਨੇ ਉਹਨਾਂ ਸਿੱਖਾਂ ਨੂੰ ਸੁਣਾ ਕੇ ਆਖਿਆ, ਕਹਿੰਦੇ ਜੇ ਸਾਡੇ ਸਿੱਖ ਕਹਾਉਂਦੇ ਹੋ ਨਾ, ਵੀ ਸਾਡੇ ਸਿੱਖ ਹੋ, ਕਹਿੰਦੇ ਸਾਡੇ ਬਚਨ ਮੰਨੋ, ਹੁਣ ਘਰ ਨੂੰ ਨਾ ਭੱਜਿਓ ਕੋਈ। ਕਹਿੰਦੇ ਆ ਜੋ ਸੀੜੀ ਤੇ ਪਿਆ ਨਾ ਇਹਨੂੰ ਖਾਓ। ਸੀੜੀ ਤੇ ਪਿਆ, ਐ ਨਹੀਂ ਕਿਹਾ ਮੁਰਦਾ ਖਾਓ। ਕਹਿੰਦੇ ਜਿਹੜਾ ਸੀੜੀ ਤੇ ਪਿਆ ਇਹਨੂੰ ਖਾਓ ਭਾਈ ਸਿੱਖੋ। ਕਹਿੰਦੇ ਜਿਹੜਾ ਨਹੀਂ ਖਾਊਗਾ ਪਛਤਾਊਗਾ ਬੜਾ ਉਹ। ਸੁਣ ਕੇ ਬੜੇ ਹੈਰਾਨ ਹੋਏ ਵੀ ਕੀ ਕਰੀਏ ਹੁਣ। ਸੀੜੀ ਦੇ ਉੱਤੇ ਪਿਆ ਜਿਹੜਾ ਖਾ ਲਓ। ਦੇਖਣ ਨੂੰ ਤਾਂ ਹੁਣ ਉਹਨਾਂ ਨੂੰ ਲੱਗਦਾ ਮੁਰਦਾ ਹੀ ਹੈ, ਦਰਅਸਲ ਹੈ ਕੁਝ ਹੋਰ ਹੈ ਕਲਾ। ਪਰ ਹੁਣ ਜਿਹੜਾ ਆਪਣੇ ਅੰਦਾਜ਼ੇ, ਆਪਣੀਆਂ ਚਿਤਵਨੀਆਂ, ਆਪਣੀਆਂ ਚਤਰਾਈਆਂ ਲਾਉਂਦਾ, ਉਹ ਗੁਰੂ ਨੂੰ ਨਹੀਂ ਪਾ ਸਕਦਾ। ਇੱਥੇ ਤਾਂ ਹੁਕਮ ਮੰਨਿਆ ਹੋਵੇ ਪ੍ਰਵਾਨ, ਗੁਰੂ ਨੇ ਹਮੇਸ਼ਾ ਭਲਾਈ ਕਰਨਾ ਹੈ। ਪਰ ਜਿਹੜਾ ਸਿੱਖ ਹੈ ਉਹ ਕਈ ਵਾਰ ਆਪਣੀਆਂ ਚਤਰਾਈਆਂ, ਆਪਣੀਆਂ ਹੁਜਤਾਂ ਨਾਲ ਉੱਥੇ ਨਹੀਂ ਪਹੁੰਚ ਪਾਉਂਦਾ ਜਿੱਥੇ ਗੁਰੂ ਨੇ ਲੈ ਕੇ ਜਾਣਾ ਉਹਨੂੰ। ਜਿਹੜਾ ਇਨ ਬਿਨ ਪੂਰਾ ਗੁਰੂ ਦੀ ਗੱਲ ਮੰਨਦਾ ਹੈ, ਗੁਰੂ ਨੇ ਉਹਨੂੰ ਅਸਲ ਟਿਕਾਣੇ 'ਤੇ ਲੈ ਜਾਣਾ, ਆਪਣਾ ਹੀ ਰੂਪ ਬਣਾ ਲੈਣਾ। ਤੇ ਮਹਾਰਾਜ ਕਹਿੰਦੇ ਸੀੜੀ ਤੇ ਜੋ ਪਿਆ ਖਾ ਲਓ ਭਾਈ। ਬਸ ਇਹਨਾਂ ਦੇ ਜਿਹੜੇ ਨਾਲ ਆਏ ਸਨ ਨਾ ਪਿੱਛੇ, ਇਹਨਾਂ ਦਾ ਧੀਰਜ ਸੀ, ਜਿਹੜਾ ਵਿਸ਼ਵਾਸ ਸੀ, ਡੋਲ ਗਿਆ, ਕੰਬ ਗਏ। ਫਿਰ ਪਿੱਛੇ ਨੂੰ ਪੈਰ ਜੇ ਖਸਕਾਉਣ ਲੱਗ ਪਏ ਵੀ ਕਿਤੇ ਧੱਕੇ ਨਾਲ ਕੁਤਕਾ ਮਾਰ ਕੇ ਨਾ ਖਣਖਾ। ਡਰਦੇ ਵੀ ਕਿਵੇਂ ਖਾਈਏ। ਕਈ ਡਰ ਕੇ ਝਾੜਾਂ 'ਚ ਲੁਕ ਗਏ। ਕੁਝ ਕੁ ਹੱਠ ਜਾ ਧਾਰ ਕੇ ਰਹੇ। ਉਹਨਾਂ ਵੱਲ ਨੂੰ ਵੇਖ ਕੇ ਗੁਰੂ ਨਾਨਕ ਦੇਵ ਮਹਾਰਾਜ ਨੇ ਆਖਿਆ, ਜੀ ਸੁਣੋ। ਕਹਿੰਦੇ ਜੇ ਇੱਥੇ ਖੜਨਾ ਨਾ ਤੇ ਫਿਰ ਸੁਣੋ। ਕਹਿੰਦੇ ਦੇਰੀ ਨਾ ਕਰੋ, ਫਿਰ ਆਹ ਦੇਖੋ ਸੀੜੀ ਦੇ ਉੱਤੇ ਜੋ ਪਿਆ, ਖਾਓ ਇਹਨੂੰ। ਇਉਂ ਗੁਰੂ ਨਾਨਕ ਦੇਵ ਮਹਾਰਾਜ ਨੇ ਆਖਿਆ। ਜੇ ਬਚਨ ਨਹੀਂ ਮੰਨਣਾ, ਜਾਓ ਫਿਰ ਆਪੋ ਆਪਣੇ ਘਰਾਂ ਨੂੰ, ਚਲੋ ਵਾਪਸ। ਕਹਿੰਦੇ ਦੋ ਮੈਂ ਕਰੋ, ਦੋ ਨੇ ਗੱਲਾਂ। ਜਾਂ ਤੇ ਪਹਿਲੀ ਤਾਂ ਇੱਥੇ ਮੇਰੀ ਮੰਨਣੀ ਤੇ ਖਾ ਲਓ, ਤੇ ਦੂਜੀ ਭੱਜ ਜਾਓ ਛੱਡ ਕੇ। ਕੰਮ ਇੱਕੋ ਹੀ ਹੋਊਗਾ। ਇਹ ਨਹੀਂ ਵੀ ਹੁਕਮ ਵੀ ਨਹੀਂ ਮੰਨਣਾ ਤੇ ਖੜੇ ਵੀ ਕੋਲ ਰਹਿਣਾ, ਇਉਂ ਨਹੀਂ ਗੱਲ ਬਣਨੀ। ਹੁਕਮ ਮੰਨਣ ਵਾਲਾ ਹੀ ਹਜੂਰੀਆ ਹੁੰਦਾ। ਅੱਜ ਤੇ ਹਰ ਕੋਈ ਕਹਿੰਦਾ ਮੈਂ ਜੀ ਫਲਾਣੀ ਜਗ੍ਹਾ ਦਾ ਹਜੂਰੀ ਹਾਂ ਜੀ, ਮੈਂ ਉੱਥੇ ਦਾ ਜੀ ਹਜੂਰੀ ਹਾਂ ਜੀ। ਉਹ ਹਜੂਰੀ ਇੱਦਾਂ ਹੀ ਹੋ ਜਾਂਦਾ। ਹਜੂਰੀ ਹੁੰਦਾ ਉਹਦੀ ਹਜੂਰੀ ਵਿੱਚ ਰਹਿਣਾ, ਉਹਦੇ ਹੁਕਮ ਵਿੱਚ ਰਹਿਣਾ।
ਜੇ ਉਹਦਾ ਹੁਕਮ ਨਹੀਂ ਮੰਨਦੇ, ਉਹਦੇ ਦੱਸੇ ਰਾਹ ਤੇ ਨਹੀਂ ਚੱਲਦੇ, ਕਾਹਦੇ ਹਜ਼ੂਰੀ ਤੁਸੀਂ ਹੋਏ। ਇਸ ਲਈ ਭਾਈ ਹਮੇਸ਼ਾ ਮਹਾਰਾਜ ਕਹਿੰਦੇ ਦੋਆਂ 'ਚੋਂ ਇੱਕ ਹੀ ਕੰਮ ਹੋਏਗਾ, ਕੋਲ ਖੜਨਾ ਤੇ ਹੁਕਮ ਮੰਨਣਾ ਪਏਗਾ, ਨਹੀਂ ਸਾਨੂੰ ਛੱਡ ਕੇ ਦੂਰ ਚਲੇ ਜਾਓ। ਸਾਧ ਸੰਗਤ ਡਰਦਿਆਂ ਦਿਲ ਕੰਬ ਗਏ। ਕਮਜ਼ੋਰ ਬੰਦੇ ਕਿੱਥੇ ਪ੍ਰੇਮ ਦੀ ਬਾਜੀ ਜਿੱਤ ਸਕਦੇ ਹਨ, ਕਦੇ ਵੀ ਨਹੀਂ ਹੋ ਸਕਦਾ। ਹੱਥ ਜੋੜ ਲਏ ਜੀ ਤੇ ਬਚਨ ਬੋਲੇ। ਕਹਿੰਦੇ ਮਹਾਰਾਜ ਅਸੀਂ ਤਾਂ ਸਿੱਖ ਹਾਂ, ਘਰੇ ਜਾ ਨਹੀਂ ਸਕਦੇ ਜੀ ਅਸੀਂ। ਜਦੋਂ ਫੇਰ ਕਿਸੇ ਨੇ ਸਿੱਖ ਆਖਿਆ ਚੱਕ ਲਿਆ ਕੁਤਕਾ, ਛੱਡੇ ਕੁਤਕੇ, ਜਿਹੜਾ ਨੇੜੇ ਨੂੰ ਆਵੇ ਮੈਂ ਆਖੇ ਮੈਂ ਸਿੱਖਾਂ ਜੀ, ਉਹਦੇ ਫੇਰ ਕੁਤਕਾ। ਤੇ ਇੱਦਾਂ ਮਹਾਰਾਜ ਨੇ ਜਣੀ ਖੁੱਲਾ ਕੁਤਕਾ ਵਰਤਾਇਆ ਉੱਥੇ। ਸਾਡੇ ਸਿੱਖ ਕਹਾਉਂਦੇ ਹੋ ਤੁਸੀਂ, ਸਿੱਖ ਇੱਦਾਂ ਦੇ ਹੁੰਦੇ ਜਿਹੜੇ ਬਚਨ ਨਹੀਂ ਮੰਨਦੇ, ਇੱਦਾਂ ਦੇ ਤੇ ਰਾਜਨੀਤਿਕ ਬੰਦੇ ਹੁੰਦੇ, ਠੱਗ ਹੁੰਦੇ ਇੱਦਾਂ ਦੇ ਜਿਹੜੇ ਗੱਲ ਨਹੀਂ ਮੰਨਦੇ, ਉੱਤੋਂ ਉੱਤੋਂ ਕਹੀ ਜਾਣਾ, ਅੰਦਰ ਭਾਵਨਾ ਨਾ ਹੋਣੀ। ਉਹ ਜੇ ਸਿੱਖ ਹੋ ਫਿਰ ਬਚਨ ਕਿਉਂ ਨਹੀਂ ਮੰਨਦੇ? ਸਿੱਖ ਇੱਦਾਂ ਹੁੰਦਾ ਕਿ ਬਚਨ ਨਹੀਂ ਮੰਨਦਾ, ਸਿੱਖ ਤੇ ਵਚਨ ਹਰ ਹੀਲੇ ਮੰਨਦਾ ਹੈ। ਜਦੋਂ ਹੁਣ ਕੁਤਕਾ ਵਰਤਿਆ, ਹੁਣ ਕੁਤਕੇ ਅੱਗੇ ਤਾਂ ਬਿਰਲਾ ਹੀ ਖੜਦਾ, ਸਾਰੇ ਹੀ ਭੱਜ ਕੇ, ਬਸ ਕੇਵਲ ਭਾਈ ਲਹਿਣਾ ਬਚ ਗਏ। ਬੋਲੋ ਸਤਨਾਮ ਸ਼੍ਰੀ ਵਾਹਿਗੁਰੂ। ਭਾਈ ਲਹਿਣੇ ਦੀ ਵੀ ਬਾਂਹ ਫੜ ਕੇ ਖਿੱਚ ਕੇ ਲਿਜਾਂਦੇ, ਤੂੰ ਕਾਹਨੂੰ ਖੜਾ, ਤੇਰੇ ਪੈਂਦੇ। ਉਹ ਕਹਿੰਦਾ ਨਹੀਂ ਮੈਨੂੰ ਨਹੀਂ ਥਾਂ ਕਿਤੇ ਮੈਂ ਜਾਵਾਂ, ਮਾਰੇ ਭਾਵੇਂ ਰੱਖ ਲੈ, ਬਸ ਇਹਦੇ ਹੀ ਆ। ਬਾਕੀ ਸਾਰੇ ਪਿੱਛੇ ਨੂੰ ਹਟ ਗਏ, ਦੂਰ ਭੱਜ ਗਏ ਹਨ। ਬਸ ਭਾਈ ਲਹਿਣਾ ਜੀ ਰਹਿ ਗਏ, ਜਿਹਨੂੰ ਪਹਿਲੇ ਦਿਨ ਆਖਤਾ ਸੀ ਤੂੰ ਲੈਣਾ, ਹਾਂਜੀ ਮੈਂ ਲੈਣਾ। ਕਹਿੰਦੇ ਭਾਈ ਅਸੀਂ ਫਿਰ ਤੇਰਾ ਦੇਣਾ ਹੋਣਾ। ਕਹਿੰਦਾ ਮਾਫ਼ ਕਰ ਦਿਓ ਮਹਾਰਾਜ, ਘੋੜੇ 'ਤੇ ਚੜ੍ਹ ਕੇ ਆ ਗਿਆ, ਪਤਾ ਨਹੀਂ ਸੀ। ਉਹ ਨਹੀਂ ਭਾਈ, ਜਿੰਨਾ ਲੈਣਾ ਹੁੰਦਾ ਘੋੜਿਆਂ 'ਤੇ ਚੜ੍ਹ ਕੇ ਆਉਂਦੇ, ਅਸੀਂ ਦੇਣਦਾਰ ਹਾਂ, ਤੇਰੀ ਵਸਤੂ ਹੈ ਗੁਰਮੁਖਾ ਸਾਡੇ ਕੋਲ, ਵਕਤ ਆਏਗਾ ਦਿਆਂਗੇ। ਉਹ ਲੈਣੇ ਦੀ ਹੁਣ ਪਰਖ ਹੈ। ਉਹ ਭਾਈ ਲਹਿਣਾ ਕੋਲ ਖੜੇ ਹਨ। ਭਾਈ ਲਹਿਣੇ ਵੱਲ ਨੂੰ ਵੀ ਦੇਖ ਕੇ ਨਾ ਫਿਰ ਬਚਨ ਕੀਤਾ ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ। ਘੱਟ ਉਹਦੇ ਨਾਲ ਵੀ ਨਹੀਂ ਕੀਤੀ ਵੀ ਕਿਤੇ ਉਹਦੇ ਨਾਲ ਕੋਈ ਨਰਮੀ ਪੇਸ਼ ਆਈ ਨਾ। ਉਹਨੂੰ ਵੀ ਕਹਿੰਦੇ ਤੂੰ ਕਿਉਂ ਖੜਾ ਭਾਈ ਗੁਰਮੁਖਾ, ਤੂੰ ਵੀ ਨਾਲ ਭੱਜ ਜਾ ਉਹਨਾਂ ਦੇ, ਤੂੰ ਕਾਹਤੋਂ ਰੁਕਿਆ ਹੈ। ਤੇ ਕਹਿੰਦੇ ਜੇ ਤੂੰ ਵੀ ਸਿੱਖ ਹੈ, ਜੇ ਸਿੱਖ ਹੈ ਤੇ ਫਿਰ ਵਚਨ ਮੰਨ ਲੈ ਭਾਈ ਗੁਰਮੁਖਾ, ਤੈਨੂੰ ਜੋ ਕਹਿੰਦੇ ਹਾਂ। ਉਹ ਦੇਖੋ ਸੀੜੀ ਦੇ ਉੱਤੇ ਕਹਿੰਦਾ ਜੀ ਮੁਰਦਾ ਪਿਆ ਲੱਗਦਾ ਹੈ, ਕਹਿੰਦੇ ਖਾ ਫਿਰ, ਇਉਂ ਆਖਿਆ। ਭਾਈ ਲਹਿਣੇ ਨੇ ਹੱਥ ਜੋੜ ਲਏ ਦੋਵੇਂ। ਕਹਿੰਦਾ ਮਹਾਰਾਜ ਮੈਂ ਕਦੇ ਤੁਹਾਡਾ ਵਚਨ ਨਹੀਂ ਜੇ ਮੋੜ ਸਕਦਾ, ਮੈਂ ਨਹੀਂ ਜੇ ਮੋੜਨਾ। ਮਹਾਰਾਜ ਆਪ ਖੁਦ ਅਕਾਲ ਪੁਰਖ ਹੋ, ਆਪ ਨੂੰ ਕਿਸੇ ਦੀ ਦੁਨੀਆ 'ਚ ਪਰਵਾਹ ਨਹੀਂ ਹੈ। ਅਸੀਂ ਸਿੱਖ ਹੈ ਮਹਾਰਾਜ, ਤੁਹਾਡੀ ਸ਼ਰਨ ਆਏ ਹਾਂ। ਰੱਖਣਾ ਮਾਰਨਾ ਸਭ ਤੁਹਾਡੇ ਹੱਥ ਹੈ, ਚਾਹੋ ਤਾਂ ਰੱਖ ਲਓ, ਚਾਹੋ ਤਾਂ ਮਾਰ ਲਓ। ਜਬ ਹਮ ਸ਼ਰਨ ਪ੍ਰਭੂ ਕੀ ਆਈ, ਰਾਖ ਪ੍ਰਭੂ ਭਾਵੇਂ ਮਾਰ, ਅਬ ਹਮ ਚੱਲੀ ਠਾਕੁਰ ਪਹਿਹਾਰ। ਬਾਣੀ ਦਾ ਉਪਦੇਸ਼ ਹੈ ਮਹਾਰਾਜ। ਕਿਤੇ ਕੋਈ ਰਾਹ ਨਹੀਂ ਦਿਖਦਾ, ਕੋਈ ਕਿਤੇ ਚਲਿਆ ਗਿਆ, ਕੋਈ ਕਿਤੇ, ਪਰ ਸਭ ਨੂੰ ਹੋਏਗਾ ਕੋਈ ਰਾਹ। ਮੇਰੇ ਕੋਲ ਕੋਈ ਰਾਹ ਨਹੀਂ, ਕਿਸ ਹੀ ਕੋਈ ਕੋਏ, ਮੰਝ ਨਿਵਾਣੀ ਹਿੱਕ ਤੂੰ। ਮੇਰੇ ਕੋਲ ਕੋਈ ਦੂਜਾ ਹੈ ਨਹੀਂ ਜਿਹਦੇ ਕੋਲ ਮੈਂ ਜਾ ਸਕਦਾ ਹੋਵਾਂ। ਮਹਾਰਾਜ ਮੈਂ ਤੁਹਾਡੀ ਸ਼ਰਨ ਛੱਡ ਨਹੀਂ ਸਕਦਾ, ਮੈਨੂੰ ਕੋਈ ਆਸਰਾ ਨਹੀਂ ਤੁਹਾਡੇ ਬਿਨਾਂ। ਗੁਰੂ ਜੀ ਕਹਿੰਦੇ ਜਾ ਭਾਈ ਛੱਡ ਜਾ, ਪਿੱਛੇ ਮੁੜ ਜਾ। ਜਾ ਫਿਰ ਉਹ ਦੇਖ, ਉਹ ਸੀੜੀ ਦੇ ਉੱਤੇ ਸ਼ਬ ਦਿਖਦਾ ਪਿਆ ਲੱਗਦਾ ਨਾ। ਕਹਿੰਦਾ ਜੀ ਹਾਂ। ਕਹਿੰਦੇ ਖਾ। ਕਿੱਡਾ ਔਖੀ ਕਸਵੱਟੀ ਸੀ,
ਹੁਣ ਵੀ ਸੁਣਨ ਵਾਲੇ ਬੰਦੇ ਦਾ ਮਨ ਕੰਬ ਜਾਂਦਾ ਜੇ ਕਿਸੇ ਬੰਦੇ ਨੂੰ ਇਹ ਸਾਖੀ ਸੁਣਾਈਏ ਕਿ ਸਿੱਖਾਂ ਨੂੰ ਲਿਜਾ ਕੇ ਮਹਾਰਾਜ ਕਹਿੰਦੇ ਇਹ ਸੀੜੀ ਦੇ ਉੱਤੇ ਕੱਪੜਾ ਵਿਛਾਇਆ ਹੋਇਆ ਇਉਂ ਲੱਗਦਾ ਸੀ ਜਿਵੇਂ ਮੁਰਦਾ ਪਿਆ, ਅਤੇ ਜਾ ਕੇ ਗੁਰੂ ਜੀ ਕਹਿ ਦੇਣ ਵੀ ਲਓ ਭਾਈ ਖਾਓ। ਹੁਣ ਦਾ ਬੰਦਾ ਵੀ ਜਿਨ੍ਹਾਂ ਨੂੰ ਇਹ ਪਤਾ ਹੈ ਵੀ ਉਹ ਕੱਪੜੇ ਦੇ ਥੱਲੇ ਪ੍ਰਸ਼ਾਦ ਸੀ, ਉਹ ਵੀ ਜਦੋਂ ਜਿੰਨਾ ਚਿਰ ਇਹ ਗੱਲ ਸਮਝ ਨਹੀਂ ਪੈਂਦੀ ਉਨਾ ਚਿਰ ਹੁਣ ਵੀ ਗੁਰਸਿੱਖ ਦੇ ਮਨ, ਕਈ ਵਾਰੀ ਬੰਦੇ ਦੇ ਮਨ 'ਚ ਆਉਂਦਾ ਵੀ ਹੈ ਇੱਦਾਂ ਕਿਵੇਂ ਕਹਿਤਾ ਹੋਣਾ ਗੁਰੂ ਜੀ ਨੇ, ਪਰ ਪਰਖ ਜੋ ਕਰਨੀ ਸੀ। ਪਰ ਜਿਨ੍ਹਾਂ ਨੂੰ ਕਹੀ ਉਹਨਾਂ ਦੇ ਮਨ 'ਤੇ ਕੀ ਬੀਤੀ ਹੋਣੀ, ਇਹੀ ਤਾਂ ਗੱਲ ਹੈ। ਫਿਰ ਇਹ ਉਹ ਗੱਲ ਤਾਂ ਐਸੀ ਸੀ ਜਿਹੜੀ ਅਨੋਖੀ ਸੀ, ਕਦੇ ਘਟੀ ਨਾ ਹੋਵੇ, ਕਿਤੇ ਨਹੀਂ ਆਈ ਐਸੀ ਇਤਿਹਾਸ ਵਿੱਚ, ਪਰ ਐਸਾ ਹੀ ਕੀਤਾ। ਤਾਂ ਜਿਹੜੀ ਕੋਈ ਸਮਝ ਤੋਂ, ਅਕਲਾਂ ਤੋਂ, ਲਿਖਤਾਂ ਤੋਂ ਪਰੇ ਸੀ ਖੇਡ, ਉਹ ਗੁਰੂ ਜੀ ਨੇ ਵਰਤਾਈ ਹੈ। ਤੇ ਭਾਈ ਲਹਿਣਾ ਜੀ ਨੇ ਹੱਥ ਜੋੜੇ, ਸਿਰ ਝੁਕਾਇਆ, ਮਹਾਰਾਜ ਮੈਂ ਠੀਕ ਹੈ ਜੀ। ਭਾਈ ਲਹਿਣਾ ਨੇ ਕੀ ਕੀਤਾ, ਉਹ ਜਿੱਥੇ ਸੀੜੀ ਪਈ ਸੀ ਨਾ ਜੀ, ਇਉਂ ਲੱਗਦਾ ਸੀ ਮੁਰਦਾ ਪਿਆ, ਅੱਗੇ ਜਾ ਕੇ ਉਹਦੇ ਆਲੇ ਦੁਆਲੇ ਪਰਿਕਰਮਾ ਕੀਤੀ ਹੈ। ਗੁਰੂ ਨਾਨਕ ਦੇਵ ਮਹਾਰਾਜ ਕਹਿੰਦੇ ਦੇਰੀ ਕਿਉਂ ਲਾਈ ਜਾਂਦਾ ਭਾਈ ਗੁਰਮੁਖਾ, ਇੰਨੀ ਦੇਰ ਕਿਉਂ ਲਾ ਰਿਹਾ ਹੈ, ਖਾ ਲੈ ਖਾ। ਕਹਿੰਦਾ ਮਹਾਰਾਜ ਖਾ ਤੇ ਲਵਾਂ, ਪਰ ਮੈਂ ਤੁਹਾਡਾ ਹੁਕਮ ਉਡੀਕਦਾ, ਦੱਸੋ ਕਿਹੜੇ ਪਾਸਿਓਂ ਖਾਵਾਂ, ਇੱਧਰਲੇ ਪਾਸੋਂ ਪੈਰਾਂ ਵਾਲਿਓ ਜਾਂ ਸਿਰ ਲੱਗਦਾ ਜਿੱਧਰ ਮੈਨੂੰ ਉੱਧਰ, ਇਉਂ ਦੱਸੋ ਕਿੱਧਰੋਂ ਸ਼ੁਰੂ ਕਰਾਂ ਖਾਣਾ। ਮਹਾਰਾਜ ਕਿਰਪਾ ਕਰੋ, ਸਿਰ ਲਓ ਖਾਓ, ਕਿੱਧਰਲੇ ਪਾਸੇ ਜਾਵਾਂ, ਇਸ ਰਜਾਏ ਹਿਤ ਬਿਲਮ ਲਗਾਵੋ, ਤੁਹਾਡੀ ਆਗਿਆ ਮਨ ਸੁਣਨਾ ਚਾਹੁੰਦਾ ਹਾਂ। ਗੁਰੂ ਜੀ ਕਹਿੰਦੇ ਪੈਰਾਂ ਵਾਲੇ ਪਾਸੇ ਤੋਂ ਲੱਗ ਜਾ, ਪੈਰਾਂ ਤੋਂ ਲੱਗ ਜਾ, ਸਿਰ ਤੱਕ ਖਾਣਾ ਹੈ। ਆਹਾ, ਇਹ ਬੜੀ ਰਮਜ ਸੀ, ਇਹ ਕਿਸੇ ਹੋਰ ਦੀ ਨਹੀਂ ਹੈ, ਤਾਂ ਅੰਦਰ ਦੇਗ ਸੀ, ਪਰ ਇਹ ਆਪਣੇ ਆਪੇ ਦੀ ਗੱਲ ਹੈ, ਇਹ ਆਪਣੇ ਆਪੇ ਨੂੰ ਮਕਾਉਣਾ ਹੈ, ਪੈਰਾਂ ਤੋਂ ਲੈ ਕੇ ਸਿਰ ਤੱਕ। ਇਹਦੇ ਅੰਦਰ ਬਹੁਤ ਗਹਿਰੀ ਸਾਧਨ ਹੈ। ਸਿਰ ਕੀ ਆ, ਅਕਲ ਸਿਰ ਦੇ ਵਿੱਚ, ਪੈਰਾਂ 'ਚ ਕੀ ਹੈ, ਭੱਜ ਨੱਠ ਬੰਦੇ ਦੀ। ਆਮ ਤੌਰ 'ਤੇ ਬੰਦਾ ਕਹਿੰਦਾ ਮੈਂ ਬੜੀ ਭੱਜ ਨੱਠ ਕੀਤੀ, ਮੈਂ ਬਹੁਤ ਹਿੰਮਤ ਕੀਤੀ, ਪੈਰਾਂ ਨਾਲੇ ਕਰਦਾ। ਸਿਰ ਨਾਲ ਬੰਦਾ ਕਹਿੰਦਾ ਮੈਂ ਬੜਾ ਦਿਮਾਗ ਲਾਇਆ, ਅਕਲ ਬੜੀ ਵਰਤੀ। ਪੈਰਾਂ ਤੋਂ ਲੈ ਕੇ ਸਿਰ ਤੱਕ ਮਤਲਬ ਆਪਾਂ ਰਿਹਾ ਹੀ ਨਾ, ਮੇਰੀ ਕੋਈ ਭੱਜ ਨੱਠ ਨਹੀਂ, ਮੇਰੀ ਕੋਈ ਅਕਲ ਨਹੀਂ, ਮੇਰੀ ਕੋਈ ਚਤਰਾਈ ਨਹੀਂ, ਮੈਂ ਤਾਂ ਹੈ ਹੀ ਨਹੀਂ। ਜਦੋਂ ਆਪਾਂ ਗਵਾਉਂਦਾ ਹੈ ਨਾ, ਫਿਰ ਬੂੰਦ ਸਾਗਰ ਹੁੰਦੀ, ਜਦੋਂ ਵਿੱਚ ਡਿੱਗਦੀ ਹੈ। ਜਿੰਨੀਆਂ ਵੀ ਨਦੀਆਂ ਸਭ ਜਾ ਕੇ ਸਮੁੰਦਰ 'ਚ ਸਮੁੰਦਰ ਰੂਪ ਹੋ ਜਾਂਦੀਆਂ, ਜਦੋਂ ਜਾ ਕੇ ਪੈਂਦੀਆਂ ਨਾ ਖਾੜੀ 'ਚ, ਅਤੇ ਫਿਰ ਸਾਰੀਆਂ ਜਾ ਕੇ ਸਮੁੰਦਰ 'ਚ ਡਿੱਗ ਜਾਂਦੀਆਂ, ਉਹ ਸਭ ਇੱਕ ਰੂਪ ਹੋ ਜਾਂਦੀਆਂ। ਕਹਿੰਦੇ ਮਹਾਰਾਜ ਪੈਰਾਂ ਤੋਂ ਲੱਗ ਜਾ, ਸਿਰ ਤੱਕ ਮੁਕਾ ਦੇ, ਸਾਰਾ ਹੀ ਖਾ ਲੈ। ਭਾਈ ਲਹਿਣਾ ਜੀ ਦੇ ਮਨ 'ਚ ਸ਼ੰਕਾ ਕੋਈ ਨਾ ਆਇਆ। ਦੇਖੋ ਛੇਤੀ ਕੀਤਾ, ਉਹਨਾਂ ਪੈਰਾਂ ਵਾਲੇ ਪਾਸੇ ਬੈਠ ਗਏ। ਆਗਿਆ ਅਨੁਸਾਰ, ਮਤ ਆਗਿਆ 'ਚ ਹੈ, ਭਿੱਜੇ ਹੋਏ ਹਨ, ਪ੍ਰੇਮ ਵਾਲੇ ਹਨ। ਤੇ ਸਾਧ ਸੰਗਤ ਜਦੋਂ ਗੁਰੂ ਜੀ ਦਾ ਹੁਕਮ ਮੰਨ ਕੇ ਚਿੱਟਾ ਕੱਪੜਾ ਚੁੱਕਿਆ ਨਾ ਜੀ, ਉਸ ਵਕਤ ਮੁਰਦਾ ਥੋੜਾ ਸੀ ਨਾ, ਗੁਰੂ ਜੀ ਮੁਰਦਾ ਸਿੱਖ ਨੂੰ ਖਾਣ ਲਈ ਖਵਾਉਂਦੇ ਆ, ਮੁਰਦਾ ਖਾਣ ਦੀ ਕਹਿੰਦੇ ਥੋੜਾ ਨੇ। ਉਹ ਤੇ ਇੱਕ ਆਪਣੇ ਆਪੇ ਨੂੰ ਇਹ ਮਾਰਨਾ, ਆਪਣੇ ਅੰਦਰ ਜੋ ਹੈ ਨਾ ਉਹਨੂੰ ਖਤਮ ਕਰਨਾ, ਆਪਣੇ ਆਪੇ ਨੂੰ ਇਹ ਖਾਣਾ। ਜਦੋਂ ਚੁੱਕਿਆ ਦੇਖਿਆ, ਜਦੋਂ ਹੰਕਾਰ ਬਿਲਕੁਲ ਇਹ ਨਾਸ਼ ਹੋ ਗਿਆ, ਉਸ ਵੇਲੇ ਸਾਧ ਸੰਗਤ ਜਦੋਂ ਚੁੱਕ ਕੇ ਵੇਖਿਆ ਥੱਲੇ ਕੜਾਹ ਪ੍ਰਸ਼ਾਦ ਸੀ। ਬੋਲੋ ਸਤਨਾਮ ਸ਼੍ਰੀ ਵਾਹਿਗੁਰੂ। ਬਸ ਕੜਾਹ ਪ੍ਰਸ਼ਾਦ ਇਉਂ ਰੱਖਿਆ ਹੋਇਆ ਸੀ ਜਿਵੇਂ ਕਿਸੇ ਦਾ ਸਰੀਰ ਹੋਵੇ, ਇਉਂ ਫਿੱਟ ਕਰਕੇ ਇਸ ਤਰੀਕੇ ਨਾਲ ਪਾ ਕੇ ਰੱਖਿਆ ਹੋਇਆ ਹੈ। ਤੇ ਸਾਧ ਸੰਗਤ ਜੀ ਤੇ ਨਰਸਮ ਲੋਥ ਬਣਾਈ, ਪ੍ਰਸ਼ਾਦ ਰੱਖਿਆ ਸੀ, ਉਹਦੀ ਇਉਂ ਸਰੀਰ ਬਣਾਇਆ ਸੀ, ਉਹਦਾ ਆਕਾਰ ਜਿਵੇਂ ਕਿਸੇ ਦਾ ਸਰੀਰ ਹੋਵੇ। ਦੇਖ ਕੇ ਬੜੇ ਹੈਰਾਨ ਹੋ ਗਏ ਭਾਈ ਲਹਿਣਾ ਜੀ
ਕਿ ਬਾਬਾ ਤੇਰੇ ਕੌਤਕ ਤੂੰ ਜਾਣੇ। ਹਾ ਤੇਰੀ ਉਪਮਾ ਤੋਹੇ ਬਨ ਆਵੈ, ਤੇਰੀ ਉਪਮਾ ਤੋਹੇ ਬਨ ਆਵੈ, ਤੇਰੀ ਉਪਮਾ ਤੋਹੇ ਬਨ, ਤੇਰੀ ਉਪਮਾ ਤੋਹੇ ਬਨ ਆਵੈ, ਤੇਰੀ ਉਪਮਾ ਤੋਹੇ ਬਨ ਆਵੈ, ਤੇਰੀ ਉਪਮਾ ਗਿਆਨ ਧਿਆਨ ਕਿਛ ਕਰਮ ਨਾ ਜਾਣਾ, ਸਾਰ ਨਾ ਜਾਣਾ ਤੇਰੀ, ਸਭ ਤੇ ਵੱਡਾ ਸਤਿਗੁਰੂ ਨਾਨਕ ਜਿਨ ਕਲ ਰਾਖੀ ਮੇਰੀ। ਉਸ ਵੇਲੇ ਭਾਈ ਲਹਿਣਾ ਜੀ ਵੇਖ ਕੇ ਬਿਲਕੁਲ ਹੈਰਾਨ ਰਹਿ ਗਏ ਹਨ। ਇੱਕਦਮ ਉੱਠ ਕੇ ਗੁਰੂ ਨਾਨਕ ਮਹਾਰਾਜ ਦੇ ਚਰਨਾਂ ਤੇ ਡਿੱਗ ਪਏ, ਹੱਥ ਜੋੜ ਕੇ ਬੋਲਣ ਲੱਗੇ, ਹੇ ਮਹਾਰਾਜ ਆਪ ਪਰਮਾਤਮਾ ਦੇ ਰੂਪ ਹੋ, ਆਪ ਤਾਂ ਰੱਬ ਹੋ ਜੀ। ਮਹਾਰਾਜ ਜੋ ਇੱਕ ਓਂਕਾਰ ਪਰਮਾਤਮਾ ਸਾਰਿਆਂ ਦਾ ਬਣਾਉਣ ਵਾਲਾ ਹੈ ਨਾ, ਉਹ ਨਿਰਗੁਣ ਰੂਪ ਹੈ ਜਿਹੜਾ, ਉਹ ਪਰਮਾਤਮਾ ਦਾ ਰੂਪ ਸਰਗੁਣ ਜਾਮਾ ਧਾਰ ਕੇ ਤੁਸੀਂ ਆਏ ਹੋ। ਹੇ ਪਾਤਸ਼ਾਹ ਜੀਓ, ਦੁਨੀਆ ਦੇ ਭੁੱਲੇ ਭਟਕੇ ਲੋਕਾਂ ਦਾ ਉਧਾਰ ਕਰਨ ਦੇ ਲਈ ਜਿਹੜੀ ਕਲਮਲ ਹੋਈ ਮੇਦਨੀ, ਜਿਹੜੀ ਇੱਕ ਦੁਨੀਆ ਹੈ ਨਾ ਪਾਪਾਂ ਕਰਕੇ ਭਾਰੀ ਹੋਈ ਪਈ ਸੀ, ਧਰਤੀ ਤੋਂ ਵਜਨ ਨਹੀਂ ਚੱਲਿਆ ਜਾਂਦਾ, ਇਹ ਧਰਤੀ ਦੇ ਪਾਪਾਂ ਨੂੰ ਦੂਰ ਕਰਨ ਲਈ ਤੁਸੀਂ ਆਏ ਹੋ। ਹੇ ਮਹਾਰਾਜ ਸੱਚੇ ਪਾਤਸ਼ਾਹ ਆਪ ਜੀ ਨੇ ਇਹ ਦੇਹ ਧਾਰਨ ਕੀਤੀ ਹੈ। ਤੁਹਾਡੀ ਕੁਦਰਤ, ਤੁਹਾਡੇ ਕੌਤਕ ਤੁਹਾਨੂੰ ਇਹ ਸਮਝ ਲੱਗਦੇ, ਹੋਰ ਕਿਸੇ ਨੂੰ ਸਮਝ ਨਹੀਂ ਜੇ ਲੱਗਦੇ ਹੈ। ਹੋਰ ਕੋਈ ਆਖੇ ਮੈਂ ਗੁਰੂ ਬਾਬੇ ਦੀ ਕੁਦਰਤ ਨੂੰ, ਉਹਦੀ ਕੌਤਕ ਨੂੰ ਜਾਣ ਲਵਾਂ, ਹੋਰ ਕਿਸੇ ਦੇ ਵੱਸ ਦੀ ਗੱਲ ਵੀ ਨਹੀਂ ਕਿ ਬਾਬੇ ਦੇ ਕੌਤਕਾਂ ਨੂੰ ਜਾਣ ਲਵੇ। ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਉਸ ਵੇਲੇ ਭਾਈ ਲਹਿਣਾ ਜੀ ਦੀ, ਇਹ ਤਾਂ ਕਹਿ ਲਓ ਕਿ ਇੱਦੋਂ ਉੱਤੇ ਤਾਂ ਹੁਣ ਕੁਛ ਹੈ ਨਹੀਂ ਸੀ, ਦੇਖ ਕੇ ਨਾ ਪੂਰਨ ਪ੍ਰਸੰਨ ਹੋ ਗਏ ਵੀ ਜਿੱਦਾਂ ਦਾ ਅਸੀਂ ਸੇਵਕ ਚਾਹੁੰਦੇ ਸੀ, ਜਿਹਦੇ ਵਿੱਚ ਗੁਰੂ ਨਾਨਕ ਨੇ ਆਪਣਾ ਆਪਾ ਟਿਕਾਉਣਾ, ਜਿਹਦੇ ਵਿੱਚ ਅੰਦਰੋਂ ਆਪਣਾ ਆਪਾ ਰਿਹਾ ਹੀ ਨਾ, ਦੂਜਾ ਰਿਹਾ ਹੀ ਨਾ, ਜਿਸ ਦੇ ਅੰਦਰੋਂ ਤੂੰ ਦੀਆਂ ਆਵਾਜ਼ਾਂ ਆਉਂਦੀਆਂ, ਜਿਸ ਸਰੀਰ 'ਚੋਂ ਬਾਬੇ ਨਾਨਕ ਦੇ ਨਾਮ ਦੀਆਂ ਆਵਾਜ਼ਾਂ ਆਉਂਦੀਆਂ, ਉਹਨੇ ਨਾਨਕ ਬਣਨਾ ਸੀ। ਤੇ ਗੁਰੂ ਨਾਨਕ ਦੇਵ ਮਹਾਰਾਜ ਫਿਰ ਬਹੁਤ ਜ਼ਿਆਦਾ ਪ੍ਰਸੰਨਤਾ ਕੀਤੀ ਭਾਈ ਲਹਿਣਾ ਜੀ ਦੇ ਉੱਤੇ, ਬੜੀ ਪ੍ਰੇਮ ਭਰੀ ਤੱਕਣੀ, ਦਿव्य ਦ੍ਰਿਸ਼ਟੀ, ਕਰੁਣਾ ਦਇਆ ਦ੍ਰਿਸ਼ਟੀ ਕੀਤੀ ਹੈ। ਮਹਾਰਾਜ ਕਹਿਣ ਲੱਗੇ ਕਹਿਓ, ਕੀ ਕਹਿੰਦੇ, ਜੋ ਮੇਰੋ ਹੈ ਸਰੂਪਾ। ਭਾਈ ਲੈਣਿਆ ਜੋ ਮੇਰਾ ਸਰੂਪ ਹੈ ਨਾ, ਜੋ ਮੇਰਾ ਨਿੱਜੀ ਆਪਣਾ ਸਰੂਪ ਹੈ, ਆ ਸਰੀਰ ਨਹੀਂ ਮੈਂ ਮਹਾਰਾਜ ਕਹਿੰਦੇ ਨਾ, ਜੋ ਮੇਰਾ ਅਸਲੀ ਸਰੂਪ ਹੈ ਉਹ ਭਾਈ ਲੈਣਿਆ, ਉਹ ਮੇਰਾ ਸਰੂਪ ਤੇ ਤੇਰਾ ਰੂਪ ਹੋ ਜਾਏਗਾ। ਬੋਲੋ ਸਤਨਾਮ ਸ਼੍ਰੀ ਵਾਹਿਗੁਰੂ। ਉਹ ਮੇਰਾ ਰੂਪ ਤੇਰਾ ਰੂਪ ਹੋ ਜਾਏਗਾ। ਤੇ ਭਾਈ ਲੈਣਾ ਤੇਰਾ ਰੂਪ ਮੇਰਾ ਹੋ ਗਿਆ, ਮੇਰਾ ਤੇਰਾ ਹੋ ਗਿਆ, ਹੁਣ ਭੇਦ ਨਹੀਂ ਕੋਈ। ਹੁਣ ਇੱਦਾਂ ਦੀ ਗੱਲ ਬਣ ਆਈ, ਤੋਹੀ ਮੋਹੀ ਮੋਹੀ ਤੋਹੀ ਅੰਤਰ कैसा, कोई फर्क नहीं है। महाराज कहते भाई मेरे तो बाद तुसी ही सारे संसार नूं बख्शना, जो दाता साडे कोलों लोकी लैंदे रहे ना, महाराज कहते तेरे पिछे लगन वाला सारा जग बख्शिया जाएगा। ये गल प्रगट हो गई है। सब सिखन की राखी टेका, ते महाराज कहते तुसी सारे सिखां दी रख लई भाई, तुहाडे अंदर पूर्ण विवेक है,
ਤੁਹਾਡੇ ਲੜ ਲੱਗਣ ਵਾਲੇ ਸਿੱਖ ਵੀ ਪੂਰਨ ਵਿਵੇਕਵਾਨ ਹੋਣਗੇ, ਬ੍ਰਹਮ ਗਿਆਨੀ ਹੋਣਗੇ। ਉਹਨਾਂ ਦੇ ਅੰਦਰੋਂ ਅਗਿਆਨਤਾ, ਅਵਿਦਿਆ, ਅਸਮਤਾ, ਅਵਨਿਵੇਸ਼, ਰਾਗ ਦੁਆਇਸ਼ ਇਤਿਆਦਿਕ ਇਹ ਸਭ ਕੁਝ ਮੁੱਕ ਜਾਏਗਾ। ਮਹਾਰਾਜ ਕਹਿੰਦੇ ਭਾਈ ਲਹਿਣਿਆ ਤੂੰ ਹੁਣ ਗੁਰੂ ਬਣ ਜਾਏਗਾ, ਗੁਰਗੱਦੀ ਦੇ ਮਾਲਕ ਹੋਵੋਗੇ। ਤੇ ਭਾਈ ਲਹਿਣਾ ਦੁਨੀਆ ਦੇ ਵਿੱਚ ਤੁਹਾਡੇ ਬਹੁਤ ਸਿੱਖ ਹੋਣਗੇ, ਤੁਸੀਂ ਇਸ ਸਿੱਖੀ ਦਾ ਬਹੁਤ ਵੱਡਾ ਪ੍ਰਚਾਰ ਪ੍ਰਸਾਰ ਕਰੋਗੇ। ਜਿਹੜਾ ਤੁਹਾਡੇ ਚਰਨਾਂ ਨਾਲ ਜੁੜੇਗਾ ਉਹਦਾ ਪਾਰ ਉਤਾਰਾ ਹੋ ਜਾਏਗਾ। ਇਉਂ ਗੁਰੂ ਨਾਨਕ ਸਾਹਿਬ ਨੇ ਵਚਨ ਕੀਤੇ, ਐਸੇ ਵਰ ਬਾਬਾ ਲਹਿਣਾ ਜੀ ਨੂੰ ਦਿੱਤੇ ਹਨ। ਕਹਿੰਦੇ ਤੁਸੀਂ ਤੇ ਦੁਨੀਆ ਦਾ ਆਸਰਾ ਬਣ ਗਏ ਤੇ ਕੁੱਲ ਦੁਨੀਆ ਤੁਹਾਡੇ ਨਾਂ ਪਿੱਛੇ ਤਾਰੀ ਜਾਏਗੀ। ਤੇ ਜਿਹੜਾ ਵੀ ਤੁਹਾਡਾ ਸਿੱਖ ਬਣੇਗਾ, ਭਾਵੇਂ ਪੂਰੀ ਦੁਨੀਆ ਹੀ ਬਣ ਜਾਏ, ਤੁਹਾਡੀ ਇੱਕ ਗਵਾਹੀ ਤੇ ਪੂਰੀ ਦੁਨੀਆ ਤਾਰ ਦਿੱਤੀ ਜਾਏਗੀ। ਜਿਹਦੇ ਪੱਖ ਵਿੱਚ ਭਾਈ ਲਹਿਣਾ ਜੀ ਤੁਸੀਂ ਖੜ ਜਾਓਗੇ, ਉਹਦਾ ਲੇਖਾ ਨਿਬੜ ਜਾਏਗਾ, ਉਹਦਾ ਹਿਸਾਬ ਕਿਤਾਬ ਲੈਣ ਦੇਣ ਸਭ ਖਤਮ ਹੋ ਜਾਏਗਾ। ਉਹਦੀ ਗਵਾਹੀ ਮੈਂ ਖੁਦ ਭਰਾਂਗਾ। ਭਾਈ ਤੇਰੇ ਤੇ ਮੇਰੇ ਵਿੱਚ ਫਰਕ ਕੋਈ ਨਹੀਂ। ਦੇਖੋ ਕਿੱਡੇ ਕਿੱਡੇ ਇਹ ਸੇਵਕਾਂ ਨੂੰ ਆਪਣਾ ਰੂਪ ਬਣਾਉਣਾ, ਕਿੱਡੇ ਕਿੱਡੇ ਵਾਰ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਰਹੇ ਹਨ। ਤੇ ਨਾਲ ਕਹਿੰਦੇ ਦੁਨੀਆ ਦੇ ਵਿੱਚ, ਦੁਨੀਆ ਦੇ ਤਖਤੇ ਤੇ ਭਾਈ ਲਹਿਣਾ ਤੇਰੇ ਬਰਾਬਰ ਕੋਈ ਨਹੀਂ ਹੋਏਗਾ। ਜੇ ਕੋਈ ਆਖੇ ਮੈਂ ਲਹਿਣਾ ਬਣ ਜਾਵਾਂਗਾ, ਦੁਨੀਆ ਦੇ ਤਖਤੇ ਤੇ ਤੁਹਾਡੀ ਬਰਾਬਰੀ ਕਰਨ ਵਾਲਾ ਕੋਈ ਨਹੀਂ ਹੋਵੇਗਾ। ਤੇ ਸਿੱਖੀ ਦਾ ਬੀਜ ਤੁਸੀਂ ਰੱਖ ਲਿਆ। ਭਾਈ ਲਹਿਣਾ ਤੂੰ ਸਿੱਖ ਵੀ ਵੱਡਾ, ਗੁਰੂ ਵੀ ਵੱਡਾ। ਤੁਹਾਨੂੰ ਪਤਾ ਹੈ ਪੂਰਨ ਗੁਰਸਿੱਖ ਭਾਈ ਲਹਿਣਾ ਹੋਏ, ਪੂਰਨ ਗੁਰਸਿੱਖ ਵੀ ਤੇ ਗੁਰੂ ਵੀ। ਇਹ ਗੁਰੂ ਨਾਨਕ ਦੇ ਗੁਰੂ ਹੀ ਸੀ ਨਾ, ਸਿੱਖ ਨਹੀਂ ਸੀ। ਪਰ ਬਾਬਾ ਲਹਿਣਾ ਜੀ ਸਿੱਖ ਵੀ ਸੀ ਤੇ ਗੁਰੂ ਵੀ ਸੀ। ਤੇ ਮਹਾਰਾਜ ਕਹਿੰਦੇ ਸਿੱਖੀ ਦਾ ਬੀਜ ਰੱਖ ਲਿਆ ਹੈ। ਇਸ ਤਰ੍ਹਾਂ ਦੇ ਸੁੱਖ ਦੇਣ ਵਾਲੇ ਬਚਨ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਆਖੇ। ਸਤਿਗੁਰੂ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਫਿਰ ਇਹ ਬਚਨ ਕਹਿ ਕੇ ਭਾਈ ਲਹਿਣਾ ਜੀ ਨੂੰ ਨਾਲ ਲੈ ਕੇ ਨਾ ਉੱਥੋਂ ਮੁੜ ਕੇ ਨਗਰ ਨੂੰ ਚੱਲ ਪਏ। ਭਾਵ ਕਰਤਾਰਪੁਰ ਸਾਹਿਬ ਵੱਲ ਨੂੰ, ਜਿਸ ਜਗ੍ਹਾ ਦੇ ਉੱਤੇ ਗੁਰੂ ਘਰ ਹੈ, ਜਿਸ ਜਗ੍ਹਾ ਦੇ ਉੱਤੇ ਆਪਣਾ ਧਰਮਸ਼ਾਲਾ ਬਣਾਈ ਹੈ, ਉਧਰ ਨੂੰ ਚਲੇ ਗਏ ਹਨ। ਬਸ ਫਿਰ ਧਰਮਸ਼ਾਲਾ ਵਿੱਚ ਆ ਬੈਠੇ। ਜਿਨ੍ਹਾਂ ਦੇ ਦਰਸ਼ਨ ਕੀਤਿਆਂ ਦੁੱਖ ਦੂਰ ਹੁੰਦੇ ਹਨ। ਇਉਂ ਸਾਧ ਸਿੰਘ ਜੀ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਦੁਨੀਆ ਦੇ ਤਾਰਨਹਾਰ ਬਸ ਫਿਰ ਆਮ ਪਹਿਲਾਂ ਦੀ ਤਰ੍ਹਾਂ ਆਪਣੀ ਕਿਰਿਆ ਕਰ ਲਈ। ਇੱਕ ਦਿਨ ਦੀ ਗੱਲ ਕਵੀ ਜੀ ਦੱਸ ਰਹੇ ਹਨ ਕਿ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਇਉਂ ਇੱਕ ਦਿਨ ਲੰਘਿਆ ਜਦੋਂ ਧਰਮਸ਼ਾਲਾ ਵਿੱਚ ਬੈਠੇ ਹਨ, ਗੁਰਦੁਆਰੇ ਵਿੱਚ ਬੈਠੇ ਹਨ ਗੁਰੂ ਨਾਨਕ ਦੇਵ ਜੀ। ਗੁਰੂ ਨਾਨਕ ਦੇਵ ਜੀ ਦੇ ਕੋਲ ਭਾਈ ਲਹਿਣਾ ਜੀ ਬੈਠੇ, ਹੋਰ ਵੀ ਕਈ ਸਿੱਖ ਆ ਗਏ। ਹੁਣ ਉਹਨਾਂ ਨੇ ਦੇਖਿਆ ਵੀ ਕੰਮ ਠੀਕ ਹੋ ਗਿਆ। ਕਈ ਜਿਹੜੇ ਕੁੱਤਕੇ ਕਤਕੇ ਖਾ ਕੇ ਵਿਚਾਰੇ ਝਾੜਾਂ ਝੂੜਾਂ 'ਚ ਲੁਕੇ ਸੀ, ਕੋਲ ਨਾ ਸੀ ਖੜੇ, ਪਿੱਛੇ ਰਹਿ ਗਏ ਸੀ ਥੋੜ੍ਹਾ ਜਿਹਾ, ਉਹ ਇਕੱਠੇ ਹੋ ਕੇ ਆ ਗਏ ਗੁਰੂ ਨਾਨਕ ਸਾਹਿਬ ਦੇ ਮਹਾਰਾਜ ਲਿਆਏ। ਕਹਿੰਦੇ ਆ ਜਾਓ ਹੁਣ ਬਸ ਹੋ ਗਿਆ, ਜਿਹੜਾ ਕੰਮ ਹੋਣਾ ਸੀ ਉਹ ਬਖਸ਼ਿਸ਼ ਹੋਣੀ ਸੀ ਲੈਣੇ ਤੇ ਹੋ ਗਈ, ਭਾਈ ਆ ਜਾਓ। ਉਹ ਵੀ ਹੁਣ ਰਹਿਣ ਲੱਗ ਪਏ। ਪਤਾ ਲੱਗ ਗਿਆ ਸਾਰੀ ਗੱਲ ਦਾ ਵੀ ਇਹ ਤੇ ਖੇਡ ਸੀ ਮਹਾਰਾਜ ਦੀ। ਗੁਰੂ ਨਾਨਕ ਦੇਵ ਜੀ ਬੈਠੇ ਪਾਤਸ਼ਾਹ ਜੀ, ਤੇ ਕੋਲ ਭਾਈ ਲਹਿਣਾ ਜੀ ਵੀ ਬੈਠੇ ਹਨ। ਤ੍ਰੇਹਣ ਕੁਲ ਦੇ ਨਿਸ਼ਾਨ ਬਾਬਾ ਲਹਿਣਾ ਜੀ ਇਹ ਵੀ ਬੈਠੇ ਹਨ। ਭਾਈ ਲਹਿਣਾ ਜੀ ਵੀ ਬੈਠੇ ਹਨ। ਉਸ ਵੇਲੇ ਗੁਰੂ ਨਾਨਕ ਦੇਵ ਮਹਾਰਾਜ ਨੇ ਸਾਰੇ ਸਿੱਖਾਂ ਨੂੰ ਬਚਨ ਕੀਤਾ। ਕਹਿੰਦੇ ਭਾਈ ਲਹਿਣਾ ਤੁਸੀਂ ਤੇ ਜੋ ਸੇਵਾ ਕੀਤੀ, ਤੁਸੀਂ ਤੇ ਮੇਰਾ ਰੂਪ ਹੋ ਗਏ ਹੋ। ਭਾਈ ਗੁਰਸਿੱਖੋ
ਤੁਸੀਂ ਵੀ ਵੱਡੀ ਸੇਵਾ ਕੀਤੀ ਹੈ, ਤੁਸੀਂ ਵੀ ਬਹੁਤ ਕੁਝ ਝੱਲਿਆ, ਇਉਂ ਨਹੀਂ ਤੁਹਾਡੀ ਸੇਵਾ ਨਿਸਫਲ ਨਹੀਂ ਗਈ। ਚਲੋ ਭਾਈ ਦੱਸੋ ਤੁਸੀਂ ਕੀ ਚਾਹੁੰਦੇ ਹੋ, ਕੁਝ ਪੁੱਛਣਾ ਚਾਹੁੰਦੇ ਹੋ, ਕੋਈ ਵਿਚਾਰ, ਕੋਈ ਤੱਤ ਦੀ। ਮਹਾਰਾਜ ਕਹਿੰਦੇ ਤੁਹਾਨੂੰ ਵੀ ਬ੍ਰਹਮ ਗਿਆਨ ਮਿਲ ਜਾਏਗਾ, ਗੁਰੂ ਤੇ ਭਾਈ ਲੈਣਾ ਹੀ ਬਣੇਗਾ, ਪਰ ਤੁਹਾਡੀ ਵੀ ਗਤੀ ਹੋ ਜਾਏਗੀ, ਮੁਕਤੀ ਹੋ ਜਾਏਗੀ। ਗੁਰੂ ਨਾਨਕ ਦੇ ਘਰ ਗੁਰੂ ਤੇ ਗੁਰੂ ਹੈ ਹੀ ਹੈ, ਸਿੱਖ ਵੀ ਪੁੱਜ ਜਾਂਦਾ, ਐਸੀ ਗੱਲ ਨਹੀਂ। ਇਸ ਲਈ ਤੁਹਾਡੀ ਵੀ ਜਿੰਨੀ ਸਾਧਨਾ ਹੈ ਬਹੁਤ ਹੈ। ਦੱਸੋ ਕੋਈ ਤੁਸੀਂ ਕੀ ਚਾਹੁੰਦੇ ਹੋ। ਭਾਈ ਸਿੱਖੋ ਤੁਸੀਂ ਬਹੁਤ ਵੱਡੀ ਘਾਲਣਾ ਘਾਲੀ ਹੈ, ਤੁਹਾਡੇ ਤੋਂ ਵੀ ਐਸੀ ਕੋਈ ਵਸਤੂ ਨਹੀਂ ਜਿਹੜੀ ਮੈਂ ਲੁਕੋ ਲਵਾਂ। ਕੋਈ ਗੱਲ ਨਹੀਂ, 100 ਤਾਂ ਸਾਰੇ 100% ਨਹੀਂ ਲੈਂਦੇ ਹੁੰਦੇ, ਕੋਈ 99, ਕੋਈ 98, ਕੋਈ 95, ਕੋਈ 90%, ਕੋਈ 80, ਕੋਈ ਵਿਚਾਰਾ 33 ਵਾਲਾ ਹੀ ਪਾਸ ਮਸਾਂ ਹੁੰਦਾ। ਜੇ ਆਪਾਂ ਆਪਣੀ ਗੱਲ ਕਰੀਏ, ਆਪਾਂ ਤੇ ਫੇਲ ਵਾਲਿਆਂ ਜਾਂ ਉਹਦੀ ਦਇਆ ਦ੍ਰਿਸ਼ਟੀ ਭਾਲਦੇ ਆ। ਮਹਾਰਾਜ ਤੁਸੀਂ ਤਰਸ ਕਰੋ ਅਤੇ ਆਪਣੇ ਬਣਾ ਕੇ ਬਖਸ਼ ਲਓ, ਨਹੀਂ ਤਾਂ ਜਿਸ ਤਰ੍ਹਾਂ ਦੇ ਸੱਚੇ ਪਾਤਸ਼ਾਹ ਜੀ ਸਾਡੇ ਹਾਲਾਤ ਨੇ ਨਾ, ਤੁਹਾਡੇ ਨੇੜੇ ਤੇੜੇ ਵੀ ਨਹੀਂ ਅਸੀਂ ਲੰਘ ਸਕਦੇ। ਤੁਮ ਕਹੀਅਤ ਹੋ ਜਗਤ ਗੁਰ ਸੁਆਮੀ, ਹਮ ਕਹੀਅਤ ਕਲਯੁਗ ਕੇ ਕਾਮੀ। ਬਾਣੀ 'ਚ ਲਿਖਿਆ ਤੂੰ ਤੇ ਜਗਤ ਦਾ ਮਾਲਕ ਹੈ ਅਤੇ ਅਸੀਂ ਕਲਯੁਗ ਦੇ ਕਾਮ ਕ੍ਰੋਧ ਲੋਭ ਮੋਹ ਅਹੰਕਾਰ ਦੇ ਮਾਰੇ ਪਏ ਜੀਵ ਹਾਂ। ਬਖਸ਼ੋ ਹੇ ਬਖਸ਼ਿੰਦ ਸ਼ਹਿਨਸ਼ਾਹ, ਹੇ ਬਾਜਾਂ ਵਾਲੇ ਪਾਤਸ਼ਾਹ। ਸਤਿਗੁਰੂ ਗੁਰੂ ਨਾਨਕ ਦੇਵ ਜੀ ਕਹਿਣ ਲੱਗੇ ਭਾਈ ਸਿੱਖੋ ਸਾਰੇ ਨਹੀਂ ਇੱਕੋ ਜਿਹੇ ਹੁੰਦੇ, ਫਿਰ ਵੀ ਮੈਂ ਸਿੱਖਾਂ ਤੋਂ ਕੋਈ ਵੀ ਐਸੀ ਵਸਤੂ ਨਹੀਂ ਜੋ ਲੁਕੋਈ ਹੋਵੇ, ਕੋਈ ਐਸੀ ਚੀਜ਼ ਨਹੀਂ ਜੋ ਅਦੇਹ ਹੋਵੇ, ਜੋ ਨਾ ਦਿੱਤੀ ਹੋਵੇ। ਜੋ ਤੁਹਾਡੇ ਮਨ ਦੀ ਤਮੰਨਾ ਹੈ, ਜੋ ਤੁਸੀਂ ਚਾਹੁੰਦੇ ਹੋ ਉਹ ਦੱਸ ਦਿਓ ਭਾਈ। ਗੁਰੂ ਜੀ ਦੇ ਬਚਨ ਸੁਣ ਕੇ ਨਾ, ਕਿਰਪਾ ਵਾਲੇ ਵਚਨ ਸੁਣੇ ਜਦੋਂ ਸਿੱਖਾਂ, ਉਸ ਵੇਲੇ ਸਾਹਮਣੇ ਬੈਠੇ ਤੇ ਸਿਰ ਝੁਕਾ ਕੇ, ਸਿੱਖਾਂ ਦੇ ਵਿੱਚੋਂ ਇੱਕ ਸਿੱਖ ਨੇ ਦੋਵੇਂ ਹੱਥ ਜੋੜੇ ਤੇ ਸਿਰ ਨਵਾ ਲਿਆ। ਗੁਰੂ ਨਾਨਕ ਦੇਵ ਮਹਾਰਾਜ ਦੇ ਚਰਨਾਂ ਤੇ ਮੱਥਾ ਟੇਕਿਆ। ਸਤਿਗੁਰੂ ਜੀ, ਹੇ ਪਾਤਸ਼ਾਹ ਜੀ ਕਿਰਪਾ ਕਰੋ, ਸਾਨੂੰ ਵੀ ਆਪਣੇ ਨਿੱਜੀ ਸਰੂਪ ਦਾ ਗਿਆਨ ਕਰਵਾ ਦਿਓ। ਸਾਨੂੰ ਆਪਣੇ ਸਰੂਪ ਦਾ ਗਿਆਨ ਨਹੀਂ, ਅਸੀਂ ਤਾਂ ਆਪਣੇ ਆਪ ਨੂੰ ਸਰੀਰ ਹੀ ਮੰਨਦੇ ਹਾਂ। ਸਤਿਗੁਰੂ ਸਾਨੂੰ ਜਿਹੜੇ ਸਰੂਪ ਦੀ ਤੁਸੀਂ ਗੱਲ ਕਰਦੇ, ਸਭ ਮੈਂ ਜੋਤ ਜੋਤ ਹੈ ਸੋਏ, ਤਿਸ ਦਾ ਚਾਨਣ ਸਭ ਮੈਂ ਚਾਨਣ ਹੋਏ। ਨਾਲ ਤੁਸੀਂ ਆਖਿਆ ਗੁਰਸਾਖੀ ਜੋਤ ਪ੍ਰਗਟ ਹੋਏ। ਉਹ ਸਿੱਖਿਆ ਸਾਨੂੰ ਦਿਓ ਤਾਂ ਕਿ ਸਾਡੀ ਵੀ ਜੋ ਜੋਤ ਹੈ ਨਿਜਾਤਮਾ ਸਰੂਪ ਉਹ ਪ੍ਰਗਟ ਹੋ ਜਾਵੇ। ਤੇ ਮਹਾਰਾਜ ਸੱਚੇ ਪਾਤਸ਼ਾਹ ਨੇ ਜਦੋਂ ਗੁਰਸਿੱਖਾਂ ਨੇ ਉਹ ਬੇਨਤੀ ਕੀਤੀ, ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਨੇ ਫਿਰ ਉਹਨਾਂ ਦੀ ਬਚਨ ਸੁਣ ਕੇ ਅੱਗੋਂ ਉਸ ਵੇਲੇ ਇਹਨਾਂ ਸਿੱਖਾਂ ਨੇ ਜਦੋਂ ਆਖਿਆ ਨਾ, ਮਹਾਰਾਜ ਸਾਨੂੰ ਨਹੀਂ ਪਤਾ ਲੱਗ ਰਿਹਾ ਆਪਣੇ ਨਿੱਜੀ ਸਰੂਪ ਦਾ, ਮੈਂ ਹਾਂ ਕੀ, ਮੇਰਾ ਕੀ ਸਰੂਪ ਹੈ, ਮੈਂ ਕੌਣ ਹਾਂ, ਮੈਨੂੰ ਤਾਂ ਸਰੀਰ ਲੱਗਦਾ ਆਪਣਾ ਆਪਾ, ਪਰ ਜੇ ਅਸੀਂ ਸਰੀਰ ਹੋਈਏ ਤੇ ਇੱਥੇ ਕਿਉਂ ਛੱਡ ਕੇ ਚਲੇ ਜਾਈਏ। ਜੇ ਸਰੀਰ ਹੀ ਹੋਵੇ ਬੰਦਾ ਤੇ ਜਦੋਂ ਚੜ੍ਹਾਈ ਕਰ ਜਾਂਦਾ, ਘਰ ਦੇ ਲੋਕੀ ਕਿਉਂ ਕਹਿੰਦੇ ਗੁਜ਼ਰ ਗਿਆ ਚਲਾ ਗਿਆ, ਸਰੀਰ ਤਾਂ ਕੋਲ ਪਿਆ ਹੁੰਦਾ, ਫਿਰ ਕਹਿਣ ਵੀ ਆਹੀ ਆ, ਇਹਨੂੰ ਚੁੱਕ ਕੇ ਸ਼ਮਸ਼ਾਨ ਭੂਮੀ ਨੂੰ ਕਿਉਂ ਲੈ ਕੇ ਜਾਂਦੇ, ਕਿਉਂ ਕਹਿੰਦੇ ਉਹ ਚਲਾ ਗਿਆ। ਉਹ ਕੌਣ ਹੈ ਜਿਹੜਾ ਚਲਾ ਜਾਂਦਾ, ਉਹਦੀ ਤੁਸੀਂ ਸਾਨੂੰ ਗੱਲ ਦੱਸੋ ਜੀ। ਅਸੀਂ ਤੇ ਮਹਾਰਾਜ ਖੁਸ਼ੀ ਗਮੀ 'ਚ ਫਸੇ ਹੋਏ ਹਾਂ। ਥੋੜ੍ਹੀ ਜਿਹੀ ਖੁਸ਼ੀ ਆ ਗਈ ਤੇ ਬਸ ਪੈਰ ਧਰਤੀ 'ਤੇ ਨਹੀਂ ਲੱਗਦੇ, ਥੋੜ੍ਹੀ ਜਿਹੀ ਗਮੀ ਆ ਗਈ ਫਿਰ ਗਰਦਨ ਨਹੀਂ ਚੁੱਕ ਸਕਦੇ, ਇਉਂ ਡਿੱਗ ਜਾਂਦੇ ਮਰਿਆ ਵਾਂਗੂ। ਅਸੀਂ ਤੇ ਖੁਸ਼ੀ ਗਮੀ ਦੇ ਵਿੱਚ ਫਸੇ ਹਾਂ। ਰਾਗ ਦੁਆਇਸ਼ ਦੀ ਬਹੁਤ, ਕਿਸੇ ਨਾਲ ਮੋਹ ਹੈ, ਕਿਸੇ ਨਾਲ ਈਰਖਾ ਹੈ, ਇਹਨਾਂ ਚੀਜ਼ਾਂ 'ਚ ਫਸੇ। ਡੂੰਘੀਆਂ ਗੱਲਾਂ ਥੋੜ੍ਹੀਆਂ ਜਿਹੀਆਂ, ਕੱਲ੍ਹ ਦੀ ਜਿਹੜੀ ਕਥਾ ਹੋਣੀ ਆ ਉਹ ਥੋੜ੍ਹੀ ਜਿਹੀ ਜ਼ਿਆਦਾ ਡੂੰਘੀ ਹੋਣੀ ਹੈ, ਇਹਦੇ ਸਰੋਤੇ ਵੀ ਥੋੜ੍ਹੇ ਜਿਹੇ ਘੱਟ ਹੁੰਦੇ ਆ ਜਾਂ ਥੋੜ੍ਹੀ ਜਿਹੀ ਗਹਿਰੀ ਕਥਾ ਦੇ। ਪਰ ਗੁਰੂ ਨਾਨਕ ਦੇਵ ਨੂੰ ਸਿੱਖਾਂ ਨੇ ਐਸਾ ਸਵਾਲ ਜੋ ਕਰ ਦਿੱਤਾ, ਬਹੁਤ ਗਹਿਰਾ ਬਚਨ ਹੈ। ਮਹਾਰਾਜ ਜੀ ਸਾਨੂੰ ਰਾਗ ਜਣੀ ਮੋਹ ਹੋਣਾ ਕਿਸੇ ਨਾਲ, ਦੁਆਇਸ਼ ਕਿਸੇ ਨਾਲ, ਈਰਖਾ ਹੋਣੀ। ਬੰਦਾ ਮਿਲਿਆ ਹੀ ਹੈ ਵਿਚਾਰਾ ਪਹਿਲੀ ਵਾਰ, ਉੱਦਾਂ ਹੀ ਕਹਿਣਾ ਬੜਾ ਮਾੜਾ ਲੱਗਦਾ ਹੈ।
ਉਹ ਤੇਰਾ ਕੀ ਮਾੜਾ ਕਰ ਦਿੱਤਾ ਇਹਨੇ, ਤੇਰੇ ਨਾਲ ਕੀ ਇਹਦੀ ਕੋਈ ਕਾਹਦਾ ਰੌਲਾ। ਕਿਸੇ ਨਾਲ ਮੋਹ ਹੋ ਜਾਣਾ ਬਸ ਉੱਦਾਂ ਹੀ ਹੋਵੇ, ਮਨ ਕਰੇ 100 ਚੋਂ 1000 ਚੋਂ ਛਟਿਆ ਹੋਵੇ, ਉਹਦੀ ਉੱਦਾਂ ਹੀ ਹਾਮੀ ਭਰੀ ਜਾਣੀ। ਇਹ ਰਾਗ ਮੋਹ ਹੁੰਦਾ ਅਤੇ ਦੁਆਇਸ਼ ਹੁੰਦੀ ਈਰਖਾ ਕਿਸੇ ਨਾਲ ਬੇਵਜ੍ਹਾ ਕਰਨੀ। ਗੁਰਸਿੱਖ ਇੱਦਾਂ ਨਹੀਂ ਕਰਦੇ। ਗੁਰਸਿੱਖ ਹਮੇਸ਼ਾ ਸੱਚ ਦਾ ਸਾਥ ਦਿੰਦੇ ਆ, ਪ੍ਰੇਮ ਵਾਲਿਆਂ ਨੂੰ ਪ੍ਰੇਮ ਕਰਦੇ, ਜਿਹੜੇ ਗਲਤ ਨੇ ਉਹਨਾਂ ਨੂੰ ਗਲਤ ਵੀ ਕਹਿ ਦਿੰਦੇ ਹਨ। ਤਾਂ ਇਹ ਗੁਰਸਿੱਖੀ ਦਾ ਮਾਰਗ ਹੈ। ਆਮ ਲੋਕੀ ਭਾਈ ਰਾਗ ਦੁਆਇਸ਼ 'ਚ ਫਸੇ ਹੁੰਦੇ, ਅਤੇ ਗੁਰਸਿੱਖ ਕਹਿੰਦੇ ਜੀ ਅਸੀਂ ਇਹਦੇ ਇੱਦਾਂ ਇਹ ਚੀਜ਼ ਦਾ ਸਾਨੂੰ ਜਿਹੜਾ ਬੰਦਾ ਇਹਦੇ ਵਿੱਚ ਫਸਦਾ ਹੈ ਨਾ, ਇਹ 'ਚੋਂ ਨਿਕਲਣ ਦਾ ਰਾਹ ਦੱਸੋ ਮਾਰਗ ਜੀ। ਦੁੱਖ ਸੁੱਖ ਇਹਦੇ ਵਿੱਚ ਬੜੇ ਫਸਦੇ, ਖੁਸ਼ੀਆਂ ਦੇ ਵਿੱਚ ਵੀ ਗੁਰੂ ਨੂੰ ਭੁੱਲ ਜਾਂਦੇ, ਦੁੱਖਾਂ 'ਚ ਵੀ ਕਈ ਵਾਰੀ ਰੋਣ ਲੱਗ ਜਾਂਦੇ ਹਾਂ। ਗੁਰੂ ਜੀ ਸਾਰਾ ਭੇਤ ਦੱਸ ਦੋ, ਜਿਹਨੂੰ ਸਮਝ ਕੇ ਮੈਨੂੰ ਸੁੱਖ ਮਿਲ ਜਾਵੇ। ਇਉਂ ਸਿੱਖਾਂ ਨੇ ਬੇਨਤੀ ਕੀਤੀ ਅਤੇ ਗੁਰੂ ਨਾਨਕ ਦੇਵ ਮਹਾਰਾਜ ਅੱਗੇ ਫਿਰ ਇਹਦਾ ਉੱਤਰ ਦੱਸਣਗੇ। ਥੋੜ੍ਹਾ ਜਿਹਾ ਸਮੇਂ ਨਾਲ ਪਹੁੰਚਿਆ ਕਰੋ ਭਾਈ ਸੰਗਤ। ਇਹ ਕੱਲ੍ਹ ਨੂੰ ਜਿਹੜੀ ਕਥਾ ਹੋਣੀ ਥੋੜ੍ਹੀ ਜਿਹੀ ਜ਼ਿਆਦਾ ਡੂੰਘੀ ਵੀ ਹੋਣੀ ਆ। ਬਹੁਤ ਸਾਰੀਆਂ ਸੰਗਤਾਂ ਸਾਹਮਣੇ ਆ ਕੇ ਗੁਰੂ ਦਰਬਾਰ ਵਿੱਚ ਪਹੁੰਚ ਕੇ ਲਾਹੇ ਲੈਂਦੀਆਂ, ਕੁਝ ਦੂਰ ਦੁਰਾਡੇ ਬੈਠ ਕੇ ਵੀ ਦਾਸ ਦੇ ਨਾਂ ਦੇ ਉੱਤੇ ਚੈਨਲ ਫੇਸਬੁੱਕ ਉੱਤੇ ਬਣਿਆ, ਉਹਦੇ ਉੱਤੇ ਵੀ ਬਹੁਤ ਸਾਰੀਆਂ ਸੰਗਤਾਂ ਸੁਣਦੀਆਂ। ਵੱਧ ਤੋਂ ਵੱਧ ਸੁਣਿਆ ਕਰੋ, ਦੂਜਿਆਂ ਨੂੰ ਵੀ ਪ੍ਰੇਰਿਤ ਕਰਿਆ ਕਰੋ, ਸ਼ੇਅਰ ਵੀ ਕਰ ਦਿਆ ਕਰੋ, ਅਤੇ ਅੱਗੇ ਦੀ ਅੱਗੇ ਸੰਗਤਾਂ ਨੂੰ ਲਿਆਇਆ ਵੀ ਕਰੋ। ਭਾਈ ਜਿਹੜੇ ਗੁਰਮੁਖ ਪਿਆਰੇ ਆ ਅੱਜ ਕੱਲ੍ਹ ਤੇ ਪ੍ਰਮਾਤਮਾ ਨੇ ਵਿਹਲੇ ਕੀਤੇ ਹੋਏ, ਇੱਦਾਂ ਦਾ ਕੰਮ ਚੱਲ ਰਿਹਾ। ਗੁਰਦੁਆਰੇ ਆਇਆ ਕਰੋ, ਕੁਛ ਨਹੀਂ ਹੋਣ ਲੱਗਿਆ ਤੁਹਾਨੂੰ, ਕੋਈ ਨਹੀਂ ਬਿਮਾਰ ਠਮਾਰ ਹੁੰਦਾ। ਸਭ ਮਹਾਰਾਜ ਸੱਚੇ ਪਾਤਸ਼ਾਹ ਨੇ ਜਿਨ੍ਹਾਂ ਨੇ ਸੇਵਾ ਕੀਤੀ ਉਹ ਠੀਕ ਹੀ ਆ। ਜਿਹੜੇ ਘਰੇ ਬੈਠੇ ਸੀ, ਜਿਹੜੇ ਕਹਿੰਦੇ ਅਸੀਂ ਉਹ ਸਭ ਕੁਝ ਕਰ ਲਾਂਗੇ, ਉਹ ਚੱਲਦੇ ਬਣੇ ਆ। ਇਸ ਲਈ ਗੁਰੂ ਦਰਬਾਰ ਵਿੱਚ ਵੱਧ ਤੋਂ ਵੱਧ ਥੋੜ੍ਹਾ ਜਿਹਾ ਸਾਵਧਾਨਤਾ ਰੱਖੀ ਚੱਲੋ। ਥਾਂ ਥਾਂ ਸੈਨੀਟਾਈਜ਼ਰ ਵਰਤੇ ਜਾ ਰਹੇ ਆ, ਸੁਚਮਤਾ ਹੈ, ਸਥਾਨ ਦਾ ਥੋੜ੍ਹਾ ਥੋੜ੍ਹਾ ਫਰਕ ਰੱਖੋ। ਬਸ ਆਪਣੇ ਸਰੀਰ ਦਾ ਧਿਆਨ ਰੱਖੋ। ਬਾਣੀ ਨੇ ਤੁਹਾਨੂੰ ਤੰਦਰੁਸਤ ਕਰਨਾ, ਗੁਰੂ ਨੇ ਤੁਹਾਡਾ ਭਲਾ ਕਰਨਾ। ਆਪ ਜੁੜੋ, ਹੋਰਨਾਂ ਨੂੰ ਜੋੜੋ। ਸੋ ਕੱਲ੍ਹ ਨੂੰ ਅਗਲੇ ਪ੍ਰਸੰਗ ਨੂੰ ਸੁਣਾਂਗੇ। ਸਮੇਂ ਦੀ ਸਮਾਪਤੀ ਹੋਈਆਂ ਭੁੱਲਾਂ ਦੀ ਖਿਮਾ। ਸਮੂਹ ਸੰਗਤ ਦਾ ਧੰਨਵਾਦ ਜੀ। ਹੇ ਅਚੁੱਤ ਹੇ ਪਾਰ ਬ੍ਰਹਮ ਅਵਿਨਾਸ਼ੀ ਅਗਨਾਸ਼, ਹੇ ਪੂਰਨ ਹੇ ਸਰਬ ਮੈਂ ਦੁਖ ਭੰਜਨ ਗੁਣ ਤਾਸ।